2007 ਦੇ ਵਿੱਚ पोशाक वाला मामला वो भी इन्हों ने करवाया तो ਜਿਹੜੀਆਂ ਅੱਗਾਂ ਲਵਾਈਆਂ वो भी इन्हों ने करवाया। सिख दंगे भड़काउण ਦੇ मेन दोषी मोहन सिंह और सुखदेव सिंह दीवाना डेरे के मुखी प्रबंधक, ये दोनों का ही ये सारा षड्यंत्र है। जो सुखदेव सिंह दीवाना सी जिस दे नाल सेवादार नाल इहदी अणबण हो जाती, उहदे सराणा मूँह ते धर के सुत्ते पए दे उहदे उत्ते बैठ जांदा ते कहंदा जी इहदी तां मौत हो गई। क्या मुख्तियार सिंह जी भी जिन्हों ने भी इन्हों के खिलाफ आवाज़ चुकी है, सुखदेव सिंह दीवाना के खिलाफ या मोहन सिंह के खिलाफ, उन्होंने इन्होंने मतलब मार दिता या मारन की कोशिश की। तुसीं इन्ना कुछ बोल रहे हो कि अगला नंबर मुख्तियार सिंह जी का ला देन? मेरा नंबर तो इन्होंने 3 बार ला चुके। अज जो टाइम है, अज दे टाइम इन्होंने ऐसा षड्यंत्र तैयार किया है जिस दे विच ना तो सरकार तो काबू आना ते आम जनता दे कोले तो है ही कुछ नहीं। कुछ वड्डा प्लान कर रहे हैं जो इतना बड़ा प्लान है कि जिसका मतलब रूपरेखा अजे दस्सण दे विच नहीं आ रही कि कित्थे कित्थे इन्होंने बंब ब्लास्ट करने, कित्थे कित्थे बंदे मरवाने ने। सर तुसीं कह रहे हो कि बंब ब्लास्ट भी करवा सकते हैं, हाले मौड़ मंडी बंब ब्लास्ट वाला जिहड़ा हैगा वो भी हाले तक निबड़िया नहीं केस, ਉਹਦੀਆਂ ਤਾਰਾਂ ਵੀ ਜਿਹੜੀਆਂ ਨੇ ਜੁੜੀਆਂ ਸੀ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਲ, ਕਿ ਇਹਨਾਂ ਦਾ ਕਿਤੇ ਹੱਥ ਸੀ ਵਿੱਚ? ਹੱਥ ਨਹੀਂ, ਇਹ ਸਾਰੀ ਕਾਰਗੁਜ਼ਾਰੀ ਇਹਨਾਂ ਦੇ ਹੱਥ 'ਚ ਹੈ। ਇਹਨਾਂ ਨੇ ਨੌਜਵਾਨ ਬੱਚਿਆਂ ਨੂੰ ਭੜਕਾ ਕੇ ਉਹਨਾਂ ਦੀ ਬੁੱਧੀ ਘੁਮਾ ਕੇ ਸਾਧੂ ਬਣਨ ਆਏ ਸੀ ਤੇ ਉਹਨਾਂ ਨੂੰ ਅੱਤਵਾਦੀ ਬਣਾ ਕੇ ਉਹਨਾਂ ਨੂੰ ਇੰਨਾ ਤਿਆਰ ਕਰਤਾ ਜੋ ਕਿ ਉਹ ਬੰਦੇ ਅੱਜ ਇਹ ਕਹਿ ਦੇਣਗੇ ਵੀ ਅਸੀਂ ਮਰਨ ਨੂੰ ਵੀ ਤਿਆਰ ਹਾਂ, ਆਪਦੇ ਆਪ ਦੇ ਗੋਲੀ ਮਾਰ ਕੇ ਤੇ ਦੂਜੇ ਨੂੰ ਮਾਰਨ ਲੱਗੇ ਵੀ ਅਸੀਂ ਇੱਕ ਮਿੰਟ ਨਹੀਂ ਲਵਾਂਗੇ। ਇਸ ਗੱਲ ਦੇ ਉੱਤੇ ਇਹ ਮੱਚ ਕੇ ਸੜ ਕੇ ਤੇ ਇਹਨਾਂ ਨੇ ਇਹ षड्यंत्र ਰਚਿਆ ਕਿ ਮਤਲਬ ਗੁਰਮੀਤ ਰਾਮ ਰਹੀਮ ਸਿੰਘ ਜੀ ਰਹੇ ਜੇਲ੍ਹ 'ਚ ਤੇ ਅਸੀਂ ਇੱਥੋਂ ਦੇ ਡੇਰੇ ਦੇ ਮੁਖੀ ਪ੍ਰਬੰਧਕ ਰਹੀਏ। ਮਤਲਬ ਤੁਹਾਡਾ ਡੇਰਾ ਹੜੱਪਣ ਮੁੱਖ ਦੀ ਗੱਲ ਕੀ ਹੈ ਕਿ ਡੇਰਾ ਹੜੱਪਣ ਵਾਸਤੇ ਹੀ ਇਹਨਾਂ ਲੋਕਾਂ ਨੇ ਇਹ ਕੰਮ ਕੀਤਾ ਸਾਡੇ ਗੁਰੂ ਜੀ ਨੂੰ ਅੰਦਰ ਕਰਾਉਣ ਦਾ। ਤੇ ਇਸੇ ਤਰ੍ਹਾਂ ਸਾਡਾ ਜੋ ਗੁਰੂ ਹੈ ਗੁਰਮੀਤ ਰਾਮ ਰਹੀਮ ਸਿੰਘ ਜੀ, ਜੋ ਕਰਾਮਾਤਾਂ ਮੈਨੂੰ ਇਹਨਾਂ ਨੇ ਦਿਖਾਈਆਂ ਨੇ, ਅਜੇ ਤੱਕ ਮੈਂ ਉਹਨਾਂ ਦਾ 10 ਵਾਰ ਸਿਰ ਕਲਮ ਕਰਾ ਕੇ ਤੇ 10 ਵਾਰ ਭੇਟ ਕਰਦਾ ਮੈਂ ਗੁਰਮੀਤ ਰਾਮ ਰਹੀਮ ਸਿੰਘ ਦਾ। ਅੱਜ ਉਹ ਜੇਲ੍ਹ 'ਚ ਵੀ ਬੈਠਾ, ਚਾਹੇ ਉਸ ਨੂੰ ਬਾਹਰ ਕਹਿ ਦਿਓ, ਚਾਹੇ ਤੁਸੀਂ ਬਲਾਤਕਾਰੀ ਕਹਿ ਦਿਓ, ਸਾਡੇ ਵਾਸਤੇ ਰੱਬ ਹੈ ਔਰ ਰੱਬ ਹੀ ਰਹੇਗਾ। ਸਰ ਕਰਾਮਾਤਾਂ ਤਾਂ ਮੇਰੇ ਖਿਆਲ 'ਚ ਕਾਨੂੰਨ ਨੇ ਵੀ ਦੇਖੇ ਨੇ ਤਾਂ ਹੀ ਸਜ਼ਾ ਦਿੱਤੀ ਉਹਨਾਂ ਨੂੰ। ਉਹ ਜਿਹੜੀ ਸਜ਼ਾ ਅਸੀਂ ਨਹੀਂ ਸਜ਼ਾ ਮੰਨਦੇ, ਉਹ ਆਪਦੇ ਮਿਸ਼ਨ ਤੇ ਗਏ। ਤੁਸੀਂ ਕਿਉਂ? ਇਹ ਕਿਹੜਾ ਮਿਸ਼ਨ ਹੈ ਜੀ ਜਿਹੜਾ ਬਲਾਤਕਾਰ ਦੀ ਸਜ਼ਾ ਕੱਟਣੀ? ਮਿਸ਼ਨ ਕਿਹੜਾ ਮਿਸ਼ਨ ਹੈ? ਨਹੀਂ, ਉਹ ਤੁਸੀਂ ਆਪਦੇ ਪਾਸੇ ਜਾ ਰਹੇ ਹੋ, ਅਸੀਂ ਆਪਦੇ ਪਾਸੇ ਜਾ ਰਹੇ ਹਾਂ। ਸਾਡੇ ਇਹ ਮਿਸ਼ਨ ਕਿਹੜਾ ਵੀ ਬਲਾਤਕਾਰ ਦੀ ਸਜ਼ਾ ਕੱਟਣਾ? ਇਹ ਮਿਸ਼ਨ ਕਾਹਦਾ? ਤੇ ਮੈਂ ਜਿਸ ਵਕਤ ਵਿਦੇਸ਼ ਜਾਂਦਾ ਸੀ ਤੇ ਮੈਨੂੰ ਚਿੱਠੀ ਪਾ ਕੇ ਆਪਦੇ ਕਰ ਕਮਲਾਂ ਦੁਆਰਾ ਮੈਨੂੰ ਬੁਲਾਇਆ। ਸਾਡੇ ਵਾਸਤੇ ਉਹੀ ਸਾਧੂ ਹੈ ਗੁਫਾ 'ਚ ਬਿਠਾ ਕੇ ਜੋ ਸ਼ਾਸਤਰ ਨਾਮ ਦੀ ਗੁਫਾ ਦੇ ਕਿੱਸੇ ਵੀ ਬੜੇ ਮਸ਼ਹੂਰ ਨੇ ਉਹਨਾਂ ਦੇ। ਨਹੀਂ, ਗੁਫਾ ਸਾਡੀ ਛੋਟੀ ਹੈ, ਕੋਈ ਗੁਫਾ ਦੇ ਉਹ ਕਿੱਸੇ ਵਾਲੇ ਪਾਸੇ ਨਾ ਜਾਓ। ਮੈਂ ਜਿਹੜੀ ਗੱਲ ਕਹਿਣਾ ਕਹਿੰਦੇ ਮਾਫੀ ਉੱਥੇ ਮੰਗਾਈ ਜਾਂਦੀ ਸੀ। डेरा सच्चा सौदा सिरसा का अज जो भी हाल है कि उसका जिम्मेवार सिर्फ बलात्कारी गुरमीत राम रहीम है या कोई होर लोग भी इस दे पिछे नहीं? तो खबरसार चैनल देख रहे सारे ही दर्शकों का स्वागत है। मैं हाँ तुहाडे नाल ठाकुर अमनदीप सिंह। इस बारे अज वड्डे खुलासे करनगे ते खुलासे करन वाले कोई होर नहीं सगों डेरा सच्चा सौदा सिरसा दे मौजूदा साधु ने। ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਹਨਾਂ ਦਾ ਮੁਖਤਿਆਰ ਸਿੰਘ ਜੀ। ਸਰ ਬਹੁਤ ਸਵਾਗਤ ਹੈ ਤੁਹਾਡਾ ਤੇ ਖਬਰਸਾਰ। ਧੰਨਵਾਦ ਜੀ। ਸਰ ਜਿਵੇਂ ਅਸੀਂ ਸ਼ੁਰੂਆਤ ਵੀ ਕੀਤੀ ਹੈ, ਜੋ ਕੁਝ ਵੀ ਹਾਲ ਅੱਜ ਹੋਇਆ ਹੈ ਕਿ ਸਿਰਫ ਉਸ ਦੇ ਪਿੱਛੇ ਗੁਰਮੀਤ ਰਾਮ ਰਹੀਮ ਹੈ, ਤੁਹਾਡਾ ਕਹਿਣ ਦਾ ਜੋ ਗੱਲਬਾਤ ਤੁਹਾਡੇ ਨਾਲ ਹੋਈ ਹੈ, ਤੁਸੀਂ ਇਹ ਵੀ ਕਿਹਾ ਕਿ ਕੁਝ ਪ੍ਰਬੰਧਕ ਨੇ ਜੋ ਮਾਸਟਰਮਾਈਂਡ ਨੇ। ਉਹ ਪ੍ਰਬੰਧਕ ਕੌਣ ਨੇ? ਕਿ ਅੱਜ ਤੱਕ ਉਹ ਲੋਕਾਂ ਸਾਹਮਣੇ ਆਏ ਨੇ ਜਾਂ ਫਿਰ ਨਹੀਂ? ਜੋ ਡੇਰਾ ਸੱਚਾ ਸੌਦਾ ਦਾ ਹਾਂਜੀ ਇਹ ਹਾਲ ਹੋਇਆ ਹੈ, ਇਸ ਦੇ ਖੁਦ ਜ਼ਿੰਮੇਵਾਰ ਸੁਖਦੇਵ ਸਿੰਘ ਦਵਾਨਾ ਸਨ ਆਫ ਵਾਰਾ ਸਿੰਘ, ਮੋਹਨ ਸਿੰਘ ਸਨ ਆਫ ਬਚਿੱਤਰ ਸਿੰਘ, ਇਹ ਡੇਰੇ ਸੱਚੇ ਸੌਦਾ ਸਿਰਸਾ ਦੇ ਮੁਖੀ ਪ੍ਰਬੰਧਕ ਨੇ। ਇਹ ਪੁਰਾਣੇ ਪ੍ਰਬੰਧਕ ਨੇ। ਇਹ ਸਾਰੀਆਂ ਗਤੀਵਿਧੀਆਂ ਇਹਨਾਂ ਨੇ ਪੈਦਾ ਕੀਤੀਆਂ ਨੇ, ਨਾ ਕਿ ਰਾਮ ਰਹੀਮ ਜੀ ਨੇ ਕੀਤੀਆਂ। ਇਹਨਾਂ ਨੇ ਗਤੀਵਿਧੀਆਂ ਪੈਦਾ ਕਰਕੇ ਸਾਧ ਸੰਗਤ ਨੂੰ ਵਰਗ ਲਾ ਕੇ ਤੇ ਪੰਚਕੂਲੇ ਜੋ ਇਹ ਬਲਾਸਟ ਹੋਇਆ
ਸਭ ਇਹਨਾਂ ਨੇ ਭੋਲੀ ਭਾਲੀ ਸੰਗਤ ਨੂੰ ਉੱਥੇ ਭੇਜ ਕੇ ਅੱਜ ਬੇਸਹਾਰੇ ਲੋਕਾਂ ਦਾ ਘਾਣ ਕਰਵਾਇਆ ਤੇ ਭੋਲੀ ਭਾਲੀ ਸੰਗਤ ਦੇ ਜੀਵਾਂ ਦਾ ਕਤਲ ਕਰਵਾਇਆ ਉਹਨਾਂ ਲੋਕਾਂ ਦਾ, ਤੇ ਆਪ ਅੰਡਰਗਰਾਉਂਡ 6 ਮਹੀਨੇ ਬਾਹਰ ਹੀ ਨਹੀਂ ਆਏ। ਤੇ ਇਸ ਕਾਰਨ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋਇਆ ਕਿ ਸਾਡੇ ਜੋ ਗੁਰੂ ਜੀ ਨੇ ਉਹ ਬਿਲਕੁਲ ਨਿਰਦੋਸ਼ ਤੇ ਨਾਪਾਕ ਨੇ, ਕਿਉਂਕਿ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਤੁਸੀਂ ਦੋ ਗੱਲਾਂ ਨਹੀਂ, ਸਾਹਮਣੇ ਤਾਂ ਇਦਾਂ ਦਾ ਕੰਮ ਕਰਨਗੇ ਵੀ ਨਹੀਂ, ਬਲਾਤਕਾਰ ਕਿਸੇ ਸਾਹਮਣੇ ਕਿਉਂ ਕਰਨਗੇ? ਤੁਸੀਂ ਦੋ ਸ਼ਬਦ ਇਕੱਠੇ ਬੋਲਤੇ, ਇੱਕ ਤਾਂ ਨਿਰਦੋਸ਼ ਕਹਿਤਾ, ਇੱਕ ਨਾਪਾਕ ਕਹਿਤਾ, ਦੋਨੋਂ ਹੀ ਉਲਟ ਨੇ। ਉਹ ਇਸ ਕਰਕੇ ਹੈ ਕਿਉਂਕਿ ਜੋ ਸਾਡੇ ਗੁਰੂ ਜੀ ਨੇ, ਅਸੀਂ ਇਹਨਾਂ ਦੇ ਨਾਲ 27 ਸਾਲ ਹੋ ਗਏ ਰਹਿੰਦਿਆਂ ਨੂੰ, ਅਸੀਂ ਇਹਨਾਂ ਦੀ ਜੋ ਅਨੁਭਵ ਦੇਖੀ ਹੈ, ਜੋ ਸ਼ਕਤੀਆਂ, ਜਿੰਨਾ ਨਾਮ ਸ਼ਬਦ ਇਹਨਾਂ ਨੇ ਦਿੱਤਾ ਹੈ, ਅਜੇ ਤੱਕ ਕਿਸੇ ਫਕੀਰ ਨੇ ਨਾਮ ਸ਼ਬਦ ਨਹੀਂ ਦਿੱਤਾ ਤੇ ਜੋੜਿਆ ਬਹੁਤ ਢੰਗ ਨਾਲ। ਜੋ ਸਾਡੀ ਮੈਨੇਜਮੈਂਟ ਕਮੇਟੀ ਸੀ, ਵਿੱਚੇ ਰਾਜਨੀਤੀ ਵਿੰਗ ਤੇ ਉਹਨਾਂ ਨੂੰ ਚਲਾਉਣ ਵਾਲਾ ਮੋਹਨ ਸਿੰਘ, ਡੇਰਾ ਸੱਚਾ ਸੌਦਾ ਮੁਖੀ ਪ੍ਰਬੰਧਕ, ਤੇ ਸੁਖਦੇਵ ਸਿੰਘ ਦੀਵਾਨਾ, ਡੇਰਾ ਸੱਚਾ ਸੌਦਾ ਮੁਖੀ ਪ੍ਰਬੰਧਕ। ਇਹ ਕੋਈ ਅੱਜ ਦੇ ਪ੍ਰਬੰਧਕ ਨਹੀਂ ਹੈ, ਇਹ 30 ਸਾਲ 40 ਸਾਲ ਪੁਰਾਣੇ ਪ੍ਰਬੰਧਕ ਹੈ। ਇਹਨਾਂ ਨੂੰ ਸਾਰੀਆਂ ਗਤੀਵਿਧੀਆਂ ਦੇ ਵਿੱਚ ਇਹਨਾਂ ਨੇ ਇਹ ਸੋਚਿਆ ਕਿ ਡੇਰੇ ਨੂੰ ਅਸੀਂ ਹੀ ਮਾਲਕ ਬਣਾਂਗੇ, ਹਥਿਆਣ ਦੀ ਸੋਚੀ, ਕਿਉਂਕਿ ਇਹਨਾਂ ਦੇ ਘਰੇ ਕਾਰੋਬਾਰ ਵੀ ਬਹੁਤ ਕਮ ਸੀ ਤੇ ਅੱਜ ਪ੍ਰਾਪਰਟੀਆਂ ਵੀ ਬਹੁਤ ਜ਼ਿਆਦਾ ਬਣਾ ਲੀਆਂ। ਅੱਜ ਜੋ ਇਹਨਾਂ ਦੇ ਖਿਲਾਫ ਮੂੰਹ ਖੋਲਦਾ ਹੈ, ਜਾਂ ਤਾਂ ਉਹਨਾਂ ਨੂੰ ਕਿਸੇ ਝੂਠੇ ਕੇਸ ਦੇ ਵਿੱਚ ਫਸਾ ਕੇ ਅੰਦਰ ਕਰਾ ਦਿੰਦੇ ਨੇ, ਜਾਂ ਉਹਨਾਂ ਨੂੰ ਜ਼ਿੰਦਗੀ ਤੋਂ ਪਾਰ ਟਪਾ ਦਿੰਦੇ ਤੇ ਗੁੰਮਨਾਮ ਕਰਕੇ ਉਹਦਾ ਇਹ ਨਹੀਂ ਪਤਾ ਲੱਗਦਾ ਕਿ ਕਿੱਥੇ ਟਪਾਤੇ। ਜਿਵੇਂ ਤੁਸੀਂ ਮਤਲਬ ਉਵੇਂ ਹੀ ਕਹਿ ਰਹੇ ਹੋ ਜਿਵੇਂ ਗੁਰਮੀਤ ਰਾਮ ਰਹੀਮ ਕਰਦਾ ਹੁੰਦਾ ਸੀਗਾ, ਕਿਉਂਕਿ ਜੋ ਪੱਤਰਕਾਰ ਦੇ ਨਾਲ ਵੀ ਹੋਇਆ, ਛਤਰਪਤੀ ਦੇ ਨਾਲ, ਉਹ ਵੀ ਕੁਝ ਅਜਿਹਾ ਹੀ ਹੋਇਆ ਤੇ ਬਾਕੀ ਸਾਧਵੀਆਂ ਦਾ ਵੀ ਕਹਿੰਦੇ ਪਤਾ ਨਹੀਂ ਲੱਗਿਆ। ਨਹੀਂ, ਇਹ ਉਹਨਾਂ ਨੇ ਨਹੀਂ ਕੀਤਾ। ਇਹ ਮੈਨੇਜਮੈਂਟ ਕਮੇਟੀ, ਇਹ ਸੁਖਦੇਵ ਦੀਵਾਨਾ ਤੇ ਮੋਹਨ ਸਿੰਘ ਤੇ 2-4 ਬੰਦਿਆਂ ਦੇ ਮੈਂ ਨਾਂ ਨਹੀਂ ਜਾਣਦਾ, ਇਹਨਾਂ ਨੇ ਸਿਰਫ ਕ੍ਰਿਸ਼ਨ ਨੂੰ ਤੇ ਉਹ 2 ਸਾਧੂਆਂ ਨੂੰ, ਨਿਰਮਲ ਤੇ ਕਾਲੇ ਨੂੰ ਫਸਾਉਣ ਵਾਸਤੇ ਇਹਨਾਂ ਦਾ ષਡਯੰਤਰ ਸੀ। ਗੁਰਮੀਤ ਰਾਮ ਰਹੀਮ ਸਿੰਘ ਜੀ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਸੀ। ਚਲੋ ਤੁਸੀਂ ਕਹਿ ਰਹੇ ਹੋ ਨਿਰਦੋਸ਼ ਵੀ ਹੈਗੇ ਗੁਰਮੀਤ ਰਾਮ ਰਹੀਮ, ਉਹਦਾ ਚਲੋ ਕਾਨੂੰਨ ਨੇ ਸਜ਼ਾ ਦਿੱਤੀ, ਹੁਣ ਬਲਾਤਕਾਰੀ ਉਹਨਾਂ ਦਾ ਸਾਬਤ ਹੋਏ ਹੈ ਦੋਸ਼। ਇਹਨਾਂ ਦਾ ਰੋਲ ਕੀ ਰਿਹਾ ਜਿਹੜਾ ਤੁਸੀਂ ਕਹਿ ਰਹੇ ਹੋ ਮੋਹਨ ਸਿੰਘ ਤੇ ਦੂਜਾ ਨਾਮ ਲੈ ਰਹੇ ਹੋ ਕੋਈ ਦੀਵਾਨਾ, ਸੁਖਦੇਵ ਸਿੰਘ ਦੀਵਾਨਾ, ਇਹਨਾਂ ਦਾ ਰੋਲ ਕੀ ਰਿਹਾ ਕਿ ਇਹਨਾਂ ਦੀ ਕਾਰਗੁਜ਼ਾਰੀ ਸਿਰਫ ਆ ਕੇ 25 ਅਗਸਤ 2017 ਨੂੰ ਹੀ ਸ਼ੁਰੂ ਹੋਈ ਜਾਂ ਉਸ ਤੋਂ ਪਹਿਲਾਂ ਵੀ ਇਹ ਐਕਟਿਵ ਸੀ ਇੱਦਾਂ ਦੇ ਗਲਤ ਕੰਮਾਂ ਦੇ ਵਿੱਚ? ਇਹਨਾਂ ਦੀਆਂ 1988 ਤੋਂ ਲੈ ਕੇ ਜਦੋਂ ਤੋਂ ਮੈਂ ਆਗਿਆ ਲੈ ਕੇ ਬਾਹਰ ਗਿਆ, ਇਹਨਾਂ ਦੀਆਂ ਉਸ ਟਾਈਮ ਤੋਂ ਹੀ ਗਤੀਵਿਧੀਆਂ ਵੱਧ ਗਈਆਂ ਸੀ। ਗਤੀਵਿਧੀਆਂ ਇੰਨੀਆਂ ਵੱਧ ਗਈਆਂ ਤੇ ਜਦੋਂ ਹਜ਼ੂਰ ਮਹਾਰਾਜ ਜੀ ਸਾਡੇ ਗੁਰਗੱਦੀ ਤੇ ਆਏ, ਇਹਨਾਂ ਨੂੰ ਮੁਖੀ ਪ੍ਰਬੰਧਕ ਬਣਾਤਾ। ਮੁਖੀ ਪ੍ਰਬੰਧਕ ਬਣਾਉਣ ਤੋਂ ਬਾਅਦ ਇਹਨਾਂ ਦੇ ਅੰਦਰ ਦਿਮਾਗ ਦੇ ਵਿੱਚ ਇਹ ਆ ਗਈ ਕਿ ਅਸੀਂ ਸੱਚੇ ਸੌਦੇ ਦੀ ਜਿੰਨੀ ਵੀ ਪ੍ਰਾਪਰਟੀ ਹੈ ਉਸ ਦੇ ਮਾਲਕ ਅਸੀਂ ਹੀ ਬਣੀਏ। ਇਸੇ ਕਰਕੇ ਇਹਨਾਂ ਨੇ ਪੁੱਠੇ ਸਿੱਧੇ ਕੰਮਾਂ ਨੂੰ ਅੰਜਾਮ ਦੇ ਕੇ ਤੇ ਉਹਨਾਂ ਨੂੰ ਅੰਦਰ ਕਰਵਾ ਕੇ ਅੱਜ ਮੈਂ ਇਸ ਵਾਸਤੇ ਬਾਹਰ ਆਇਆ ਮੀਡੀਆ ਦੇ ਵਿੱਚ, ਕਿਉਂਕਿ ਜੋ ਇਹਨਾਂ ਦੀਆਂ ਕਾਰਗੁਜ਼ਾਰੀਆਂ ਨੇ, ਜਿੰਨੇ ਇਹਨਾਂ ਨੇ ਕਤਲ ਕਰਵਾਏ ਨੇ, ਜਿੰਨੇ ਇਹਨਾਂ ਨੇ ਗਲਤ ਕੰਮ ਕਰਵਾਏ ਹੈ, ਸਾਰਿਆਂ ਦੇ ਦੋਸ਼ੀ ਇਹ ਨੇ, ਜਿਹਦਾ ਕਿ ਕੁਝ ਤੱਥ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਕਿ ਜੋ ਸੁਖਦੇਵ ਸਿੰਘ ਦੀਵਾਨਾ ਸੀ, ਜਿਸ ਦੇ ਨਾਲ ਸੇਵਾਦਾਰ ਨਾਲ ਇਹਦੀ ਅਣਬਣ ਹੋ ਜਾਂਦੀ, ਉਹਦੇ ਸਰਾਣਾ ਮੂੰਹ ਤੇ ਧਰ ਕੇ ਸੁੱਤੇ ਪਏ ਦੇ, ਉਹਦੇ ਉੱਤੇ ਬੈਠ ਜਾਂਦਾ ਤਾਂ ਕਹਿੰਦਾ ਜੀ ਇਹਦੀ ਤਾਂ ਮੌਤ ਹੋ ਗਈ। ਨਹੀਂ, ਇਹਦਾ ਕੋਈ ਪੁਖਤਾ ਸਬੂਤ ਹੈਗਾ ਕਿ ਤੁਸੀਂ ਸਿਰਫ ਇਲਜ਼ਾਮ ਲਾ ਰਹੇ ਹੋ? ਇਹ ਆਮ ਲੋਕਾਂ ਦੇ ਵਿੱਚ ਚਰਚਾ ਹੈ, ਸਾਡੇ ਸਰਸੇ ਸ਼ਹਿਰ ਦੇ ਵਿੱਚ। ਨਹੀਂ, ਸਿਰਫ ਚਰਚਾ ਦੇ ਬਿਹਾਫ ਤੇ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ ਜਾਂ ਕੋਈ ਦਾ ਪੁਖਤਾ ਸਬੂਤ ਵੀ ਹੈ? ਪੁਖਤਾ ਸਬੂਤ ਇਹ ਹੈ ਕਿ ਜਿਹੜਾ ਸਾਡੇ ਡੇਰੇ ਦੇ 2-3 ਸਾਧੂ ਦਾ ਇਹ ਹਾਲ ਹੋਇਆ ਕਿ ਉਹ ਬਿਲਕੁਲ ਤੰਦਰੁਸਤ ਸੀ ਤੇ ਕੁਝ ਲੋਕਾਂ ਦੇ ਦੱਸਣ ਤੇ ਡਰਦੇ ਕੋਈ ਸਾਹਮਣੇ ਨਹੀਂ ਆਉਣਾ ਚਾਹੁੰਦਾ, ਕਹਿੰਦੇ ਸਾਡਾ ਵੀ ਇਹੀ ਅਸਰ ਕਰੂਗਾ। ਇਹ ਸਾਰਾ ਕੰਮ ਸੀ ਜਿਹੜਾ ਮਰਾਉਣ ਦਾ ਸੁਖਦੇਵ ਸਿੰਘ ਡੇਰੇ ਦੇ ਪ੍ਰਬੰਧਕ ਦਾ ਕੰਮ ਹੈ। ਉਹਨਾਂ ਨੂੰ ਮਾਰਿਆ ਕਿਉਂ ਇਹਨਾਂ ਨੇ? ਉਹਨਾਂ ਦੇ ਪਿੱਛੇ ਮੋਟਿਵ ਕੀ ਸੀ ਮਾਰਨ ਦਾ? ਜੋ ਇਹ ਗਲਤ ਕੰਮ ਕਰਦੇ ਨੇ, ਉਹ ਗਲਤ ਕੰਮ ਜਿਵੇਂ ਇਹ ਗਲਤ ਕੰਮ ਕਰ ਰਹੇ ਨੇ, ਕਤਲੇਆਮ ਕਰਾਉਣਾ, ਗੁਪਤ ਰੂਪ ਦੇ ਵਿੱਚ ਅਸਲਾ ਤਿਆਰ ਕਰਵਾਉਣਾ, ਵੱਡੀ ਗੈਂਗ ਤਿਆਰ ਕਰਵਾਉਣੀ, ਲੋਕਾਂ ਜਿਹੜੇ ਕਿ ਇਹਨਾਂ ਦੇ ਵਿਰੁੱਧ ਚੱਲਦੇ ਨੇ ਉਹਨਾਂ ਨੂੰ ਮਰਵਾਉਣ ਵਾਸਤੇ। ਇਸ ਕਰਕੇ ਜੋ ਇਹਨਾਂ ਦਾ ਰਾਜ ਖੋਲ੍ਹਦਾ ਸੀ ਉਹਨਾਂ ਨੂੰ ਇਸ ਕਰਕੇ ਮਰਵਾਇਆ ਗਿਆ ਕਿ ਬਈ ਸਾਡਾ ਰਾਜ ਉੱਥੇ ਦੀ ਉੱਥੇ ਰਹਿ ਜੇ ਤੇ ਸਾਰਾ ਕੇਸ ਗੁਰਮੀਤ ਰਾਮ ਰਹੀਮ ਸਿੰਘ ਦੇ ਉੱਤੇ ਹੀ ਹੋਵੇ। ਕਿਉਂਕਿ ਅੱਜ ਸਾਧ ਸੰਗਤ ਜਾਗ ਚੁੱਕੀ ਹੈ। ਇਲਾਹਾਬਾਦ ਦੇ ਵਕੀਲ ਨੇ ਵੀ ਕਿਹਾ ਵੀ ਗੁਰਮੀਤ ਰਾਮ ਰਹੀਮ ਸਿੰਘ ਬਾਹਰ ਆਊਗਾ ਤੇ ਸਾਰੀ ਮੈਨੇਜਮੈਂਟ ਇਹ ਪ੍ਰਬੰਧਕ ਅੰਦਰ ਜਾਣਗੇ। ਔਰ ਦੂਸਰਾ, ਅਸ਼ੋਕ ਹਿੱਸਾ ਚੰਡੀਗੜ੍ਹ ਦੇ ਨੇ, ਇਹਨਾਂ ਬੰਦਿਆਂ ਦੇ ਉੱਪਰ ਮੋਹਾਲੀ ਦੇ ਵਿੱਚ ਇੱਕ ਦਰਖਾਸਤ ਦਿੱਤੀ ਜਿਸ ਦੇ ਵਿੱਚ ਲਿਖਿਆ ਕਿ ਆਪਨੇ ਟੈਲੀਵਿਜ਼ਨਾਂ ਦੇ ਵਿੱਚ ਵੀ ਆਏ, ਤੁਹਾਡੇ ਮੀਡੀਆ ਦੇ ਵਿੱਚ, ਕਿ ਇਹਨਾਂ ਨੇ ਜਿਹੜਾ ਇਹ 2007 ਦੇ ਵਿੱਚ ਪੋਸ਼ਾਕ ਵਾਲਾ ਮਾਮਲਾ
ਉਹ ਵੀ ਇਹਨਾਂ ਨੇ ਕਰਵਾਇਆ, ਤੇ ਜਿਹੜੀਆਂ ਅੱਗਾਂ ਲਵਾਈਆਂ ਉਹ ਵੀ ਇਹਨਾਂ ਨੇ ਕਰਵਾਇਆ। ਸਿੱਖ ਦੰਗੇ ਭੜਕਾਉਣ ਦੇ ਮੇਨ ਦੋਸ਼ੀ ਮੋਹਨ ਸਿੰਘ ਔਰ ਸੁਖਦੇਵ ਸਿੰਘ ਦੀਵਾਨਾ, ਡੇਰੇ ਦੇ ਮੁਖੀ ਪ੍ਰਬੰਧਕ, ਇਹ ਦੋਨੋਂ ਦਾ ਹੀ ਇਹ ਸਾਰਾ ષੜਯੰਤਰ ਹੈ। ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜਾ ਪੋਸ਼ਾਕ ਵਾਲਾ ਉਦੋਂ ਜੋ ਵੀ ਕਾਂਡ ਹੋਇਆ, ਉਹਨਾਂ ਦੇ ਜੋ ਮੁੱਖ ਦੋਸ਼ੀ ਨੇ ਜਾਂ ਮੁਲਜ਼ਮ ਨੇ ਉਹ ਸੁਖਦੇਵ ਸਿੰਘ ਦੀਵਾਨਾ ਤੇ ਮੋਹਨ ਸਿੰਘ ਨੇ। ਹਾਂਜੀ, ਇਹ ਅੱਜ ਸਾਬਤ ਹੋ ਗਿਆ। ਅੱਜ ਮੈਂ ਇਸ ਵਾਸਤੇ ਆਇਆ ਕਿ ਜੋ ਕੁਝ ਕਰਦੇ ਨੇ, ਅੱਜ ਡੇਰੇ ਦੀ ਜਿੰਨੀ ਵੀ ਕਾਰੋਬਾਰੀ ਹੈ, ਸਾਰਾ ਕਾਰੋਬਾਰ ਹੈ, ਜਿੰਨਾ ਪੈਸਾ ਹੈ, ਜਿੰਨਾ ਕੰਮ ਹੈ, ਇਹ ਮੋਹਨ ਸਿੰਘ ਔਰ ਸੁਖਦੇਵ ਦੀਵਾਨਾ ਦੋਨੋਂ ਹੀ ਡੇਰੇ ਦੇ ਮੁੱਖ ਦੋਸ਼ੀ। ਨਹੀਂ, ਉਹ ਤਾਂ ਅਸੀਂ ਮੰਨ ਲਿਆ, ਲੇਕਿਨ ਤੁਸੀਂ ਕਹਿ ਰਹੇ ਹੋ ਜਿਹੜਾ ਪੋਸ਼ਾਕ ਵਾਲਾ ਵੀ ਹੋਇਆ ਸੀ, ਜੋ ਗੁਰਮੀਤ ਰਾਮ ਰਹੀਮ ਵੱਲੋਂ ਪੋਸ਼ਾਕ ਪਾਈ ਗਈ ਸੀ ਦਸਮ ਗੁਰੂ ਸਾਹਿਬ ਵਰਗੀ, ਉਹਦੇ ਪਿੱਛੇ ਵੀ ਇਹਨਾਂ ਦੋਨਾਂ ਦਾ ਹੱਥ ਸੀ। ਉਹਦੇ ਪਿੱਛੇ ਇਹਨਾਂ ਦੋਨਾਂ ਦਾ ਹੱਥ ਸੀ, ਤੇ ਜਿਹਦੇ ਵਿੱਚ ਜਗਜੀਤ ਬਠਿੰਡੇ ਨੂੰ ਕਹਿ ਕੇ ਸੈਕਟਰੀ ਨੂੰ ਤੇ ਦੂਜੀ ਮੈਨੇਜਮੈਂਟ ਕਮੇਟੀ ਨੂੰ, ਕਿਉਂਕਿ ਇਹਨਾਂ ਦਾ ਅੱਜ ਵੀ ਉਵੇਂ ਹੀ ਹੁਕਮ ਚੱਲਦਾ, ਪਹਿਲਾਂ ਵੀ ਉਹਨਾਂ ਦਾ ਹੁਕਮ ਚੱਲਦਾ। ਇਹਨਾਂ ਦਾ ਦੋਵਾਂ ਦਾ ਹੱਥ ਕਿਵੇਂ ਸੀ? ਇਹਨਾਂ ਨੇ ਫੜ ਕੇ ਪੋਸ਼ਾਕ ਪਵਾਈ ਸੀ ਜਾਂ ਕਿਵੇਂ ਹੱਥ ਕਿਵੇਂ ਸੀ? ਇਹਨਾਂ ਨੇ ਬਣਵਾ ਕੇ ਤੇ ਇਹਨਾਂ ਨੇ ਆਪਦੇ ਆਪ ਕਿਹਾ ਮਹਾਰਾਜ ਜੀ ਅੱਜ ਤੁਸੀਂ ਇਹ ਪੋਸ਼ਾਕ ਪਾਣੀ ਹੈ, ਤੇ ਅੱਗੇ ਉਹਨਾਂ ਦੇ ਨਾਲ ਦੰਗੇ ਭੜਕਾਉਣ ਦੇ ਵਿੱਚ ਇਹਨਾਂ ਨੇ ਮੇਨ ਰੋਲ ਇਹ ਕਰਵਾ ਕੇ ਤੇ ਉਹ ਦੰਗੇ ਕਰਵਾਏ, ਜੋ ਕਿ ਅੱਜ ਜਗਜ਼ਾਰ ਨੇ। ਇਹਨਾਂ ਦੇ ਖਿਲਾਫ ਐਪਲੀਕੇਸ਼ਨਾਂ ਵੀ ਆ ਗਈਆਂ ਤੇ ਇਹਨਾਂ ਦੇ ਖਿਲਾਫ ਮੀਡੀਆ ਦੇ ਵਿੱਚ ਬਿਆਨ ਵੀ ਆ ਗਏ। ਉਸ ਪ੍ਰੀਮੀਅਰ ਜਿਹੜਾ ਉਹ ਪੋਸ਼ਾਕ ਪਾਉਣ ਤੋਂ ਬਾਅਦ ਉਹ ਸ਼ਰਬਤ ਜੇ ਵਾਲਾ ਆਈਡੀਆ ਉਹ ਕਿਹਦਾ ਸੀ? ਉਹ ਵੀ ਇਹਨਾਂ ਦਾ ਹੀ ਬਣਾਇਆ ਹੋਇਆ। ਬਾਕੀ ਉਹਦਾ ਗੁਰੂ ਮਹਾਰਾਜ ਨੇ ਤਾਂ ਜਿਵੇਂ ਸੇਵਾਦਾਰ ਕਹਿ ਦਿੰਦੇ, ਉਹਨਾਂ ਨੇ ਮੌਕੇ ਤੇ ਕਰਤਾ। ਬਾਕੀ ਨਹੀਂ, ਕਿਉਂ ਆਪਣਾ ਦਿਮਾਗ ਨਹੀਂ ਲਾਉਂਦੇ ਸੀ ਉਹ? ਅੱਜ ਜਿਹੜੇ ਗੁਰੂ ਮਹਾਰਾਜ ਹੁੰਦੇ ਨੇ ਉਹ ਸੇਵਕਾਂ ਦਾ ਹੀ ਬਚਨ ਮੰਨਦੇ ਨੇ, ਕਿਉਂਕਿ ਅਸੀਂ ਸਾਰੇ ਸੇਵਕ ਕਹਿੰਦੇ ਅਸੀਂ ਗੁਰੂ ਮਹਾਰਾਜ ਦਾ ਮੰਨਦੇ ਆ ਵਚਨ। ਇਹ ਤਾਂ ਮਤਲਬ ਉੱਪਰੋਂ ਦਿਖਾਵੇ ਨੇ, ਮਗਰਮੱਛ ਵਾਲੇ ਆਂਸੂ ਨੇ। ਸਾਰਾ ਕੰਮ ਇਹਨਾਂ ਨੇ ਜਿੰਨੇ ਗਲਤ ਕੰਮ ਕੀਤੇ ਨੇ, ਮੇਰੀ ਨਜ਼ਰਾਂ ਦੇ ਵਿੱਚ ਦੋ ਹੀ ਦੋਸ਼ੀ ਨੇ। ਅਰੇ ਇਹਨਾਂ ਦੋਨਾਂ ਤੋਂ ਬਗੈਰ ਤੀਸਰਾ ਆਦਮੀ ਤਾਂ ਇਹਨਾਂ ਦੇ ਕਾਰਗੁਜ਼ਾਰੀ ਦੇ ਥੱਲੇ ਕੰਮ ਕਰ ਰਹੇ ਹੈ। ਤੁਸੀਂ ਕਿਹਾ ਮੁਖਤਿਆਰ ਸਿੰਘ ਜੀ ਵੀ ਜਿਨ੍ਹਾਂ ਨੇ ਵੀ ਇਹਨਾਂ ਦੇ ਖਿਲਾਫ ਆਵਾਜ਼ ਚੁੱਕੀ ਹੈ, ਸੁਖਦੇਵ ਸਿੰਘ ਦੀਵਾਨਾ ਦੇ ਖਿਲਾਫ ਜਾਂ ਮੋਹਨ ਸਿੰਘ ਦੇ ਖਿਲਾਫ, ਉਹਨਾਂ ਨੂੰ ਇਹਨਾਂ ਨੇ ਮਾਰ ਦਿੱਤਾ ਜਾਂ ਮਾਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਇੰਨਾ ਕੁਝ ਬੋਲ ਰਹੇ ਹੋ ਕਿ ਜੇ ਅਗਲਾ ਨੰਬਰ ਮੁਖਤਿਆਰ ਸਿੰਘ ਜੀ ਦਾ ਲਾ ਦੇਣ। ਮੇਰਾ ਨੰਬਰ ਤਾਂ ਇਹਨਾਂ ਨੇ 3 ਵਾਰ ਲਾ ਚੁੱਕੇ। ਪਹਿਲਾਂ ਮੈਨੂੰ ਇਹਨਾਂ ਨੇ ਆਪਦੇ ਪ੍ਰੇਮੀ ਥਾਣੇਦਾਰ ਤੋਂ ਅਗਵਾ ਕਰਾਇਆ, ਮੂਣਕ ਥਾਣੇ ਤੋਂ ਚਕਵਾ ਕੇ 22/12/93 ਨੂੰ 13 ਦਿਨ ਤੱਕ ਮੈਨੂੰ ਪੁਲਿਸ ਨੇ ਗੋਲੀ ਮਾਰਨ ਵਾਸਤੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਟਾਰਚਰ ਕੀਤਾ। ਤੇ ਇਹਨਾਂ ਨੇ ਜ਼ੋਰ ਲਗਾਤਾ, ਕਹਿੰਗੇ ਵੀ ਜਿਸ ਤਰ੍ਹਾਂ ਵੀ ਹੋਵੇ ਮੁਖਤਿਆਰ ਸਿੰਘ ਦੀ ਲਾਸ਼ ਖੁਰਦ-ਬੁਰਦ ਕਰ ਦਿਓ, ਅੱਤਵਾਦੀ ਬਣਾ ਕੇ, ਇਹ ਜਿੰਦਾ ਨਾ ਰਹਿ ਜੇ, ਤਾਂ ਕਿ ਸਾਡੇ ਜਿਹੜੇ ਗਲਤ ਕਾਰਨਾਮੇ ਨੇ, ਕਾਲੀਆਂ ਕਰਤੂਤਾਂ ਨੇ, ਇਹ ਲੋਕਾਂ ਦੇ ਵਿੱਚ ਜੱਗ ਜ਼ਾਹਰ ਨਾ ਕਰ ਦੇਵੇ ਸਰਕਾਰ ਦੇ ਅੱਗੇ। ਕਦੋਂ ਤੁਹਾਡੇ ਤੇ ਇਹਨਾਂ ਨੇ ਹਮਲੇ ਵੀ ਕਰਵਾਏ ਨੇ? ਤੁਸੀਂ ਕਹਿ ਰਹੇ ਹੋ ਵੀ 3 ਵਾਰ ਅਟੈਂਪਟ ਹੋਇਆ ਹੈ। ਕਦੋਂ? ਪਹਿਲੀ ਵਾਰ ਤਾਂ ਸਾਡੇ 22/12/93 ਨੂੰ, ਜੋ ਕਿ ਮੇਰਾ 19 ਸਾਲ ਕੇਸ ਚੱਲਿਆ ਪੰਜਾਬ ਪੁਲਿਸ ਦੇ ਖਿਲਾਫ। ਫਿਰ ਇਹਨਾਂ ਨੇ ਮੇਰੇ ਤੇ ਆਫਰ ਕੀਤੀ ਪੈਸੇ ਦੇਣ ਦੀ ਤੇ ਧਮਕਾਉਣ ਦੀ, ਤੇ ਪਿੱਛੇ ਗੱਡੀ ਵੀ ਲਾਈ ਵੀ ਸਾਡੇ ਥਾਣੇਦਾਰ ਦੇ ਉੱਤੇ ਤੂੰ ਮਤਲਬ ਕੇਸ ਵਾਪਸ ਲੈ ਲੈ, ਨਹੀਂ ਤੈਨੂੰ ਐਕਸੀਡੈਂਟ ਕਰਕੇ ਟਪਾ ਦਾਂਗੇ। ਦੂਸਰੀ ਵਾਰ ਇਹਨਾਂ ਨੇ ਮੇਰੇ ਉੱਤੇ ਵਾਰਦਾਤ ਕਰਵਾਈ ਜਿਸ ਵਕਤ ਮੈਂ ਸਰਸੇ ਸ਼ਹਿਰ ਦੇ ਵਿੱਚੋਂ ਬਾਹਰ ਜਾ ਰਿਹਾ ਸੀ, ਤੇ ਐਕਸੀਡੈਂਟ ਇੱਕ ਜੀਪ ਲਾਈ ਪਿੱਛੇ ਦਰਬਾਰ ਦੇ ਵਿੱਚੋਂ 15 ਅਗਸਤ 2015 ਨੂੰ, ਤੇ ਮੈਂ ਬਾਹਰ ਆ ਰਿਹਾ ਸੀ ਤਾਂ ਇਹਨਾਂ ਨੇ ਬੜੀ ਮੁਸ਼ਕਲ ਨਾਲ ਅਸੀਂ ਮਤਲਬ ਖਦਾਨਾਂ ਦੇ ਵਿੱਚ ਮੋਟਰਸਾਈਕਲ ਕਰਕੇ ਬਚੇ। ਤੇ ਜਿਹੜੀ ਮੈਂ ਅੱਜ ਜੱਗ ਜ਼ਾਹਰ ਹੋਇਆ, ਮੇਰੀ ਮਜਬੂਰੀ ਬਣ ਗਈ। ਇਹਨਾਂ ਨੇ ਮੈਨੂੰ ਇੱਥੋਂ ਤੱਕ ਹੈ ਕਿ ਬਈ ਮਰਨ ਤੋਂ ਬਾਅਦ ਤੇ ਮੈਂ ਕਿਸ ਨੂੰ ਸੁਣਾਊਂਗਾ ਇਹ ਮਰਨ। ਇਹਨਾਂ ਦੇ ਉੱਤੇ ਇਹ ਜੋ ਦਰਖਾਸਤ ਮੈਂ ਟਾਈਪ ਕਰਵਾਈ ਹੈ, ਮੈਂ 30 ਜਨਵਰੀ 3 ਵਜੇ 2:30 ਵਜੇ ਜਾਣੀ ਕਿ 3 ਵਜੇ ਮੈਂ ਦਰਬਾਰ ਦੇ ਵਿੱਚ ਪਰਿਕਰਮਾ ਕਰ ਰਿਹਾ ਸੀ, ਤੇ ਆਪਦੀ ਆਸਥਾ ਕਿਹੜੀ ਜਗ੍ਹਾ? ਸੱਚਾ ਸੌਦਾ, ਡੇਰਾ ਸੱਚਾ ਸੌਦਾ, ਸ਼ਾਹ ਸਤਨਾਮਪੁਰਾ ਧਾਮ, ਜੋ ਕਿ ਨਵਾਂ ਦਰਬਾਰ ਬਣੇ ਉਹਦੇ ਵਿੱਚ। ਤੇ ਅੱਗੇ ਐਡਮ ਬਲਾਕ ਦੇ ਸਾਹਮਣੇ ਪਾਰਕ 'ਚ ਸਰਦਾਰ ਮੋਹਨ ਸਿੰਘ ਡੇਰੇ ਦਾ ਮੁਖੀ ਪ੍ਰਬੰਧਕ ਬੈਠਾ ਸੀ। ਮੈਂ ਕਿਹਾ ਜੀ ਮਤਲਬ ਮੈਂ ਤੁਹਾਨੂੰ ਵੀ ਨਮਸਕਾਰ ਕਰਦਾ, ਧੰਨ ਧੰਨ ਸਤਿਗੁਰੂ ਨਾਰਾ ਲਾਣਾ, ਤੇ ਸੁਖਦੇਵ ਦੀਵਾਨਾ ਜੀ ਦਾ ਵੀ ਹਾਲ ਪੁੱਛਣਾ, ਕਿਉਂਕਿ 1264 ਦਿਨਾਂ ਤੋਂ ਬਾਅਦ ਮੈਂ ਇਹਨਾਂ ਦੀ ਪਹਿਲੀ ਮੁਲਾਕਾਤ ਹੋਈ ਹੈ। ਕਿਉਂਕਿ ਇਹ ਰਫੂ ਚੱਕਰ ਰਹੇ ਜੋ ਕਿ ਪੰਚਕੂਲਾ ਅਗਜਨੀ ਕਾਂਡ ਕਰਵਾਇਆ ਇਹਨਾਂ ਨੇ, ਤੇ ਉਸ ਤੋਂ ਬਾਅਦ ਦਰਬਾਰ ਦੇ ਵਿੱਚ ਕਿਸੇ ਵੀ ਜ਼ਿੰਮੇਵਾਰ ਦੇ, ਕਿਸੇ ਵੀ ਸਰਕਾਰ ਦੇ ਅੱਗੇ ਆਉਣ ਤੋਂ ਇਹ ਕੰਨੀ ਕਤਰਾਉਂਦੇ ਰਹੇ ਕਿ ਸਾਡੀ ਫੋਟੋ ਨਾ ਆਵੇ, ਸਾਡਾ ਨਾਮ ਨਾ ਆਵੇ। ਤੁਸੀਂ ਕਹਿ ਰਹੇ ਹੋ ਵੀ ਪੰਚਕੂਲਾ ਜਿਹੜਾ ਦੰਗੇ ਹੋਏ ਨੇ 25 ਅਗਸਤ 2017 ਨੂੰ, ਜੇ ਮੈਂ ਗਲਤ ਨਹੀਂ ਤਾਂ ਉਹਨਾਂ ਦੇ ਪਿੱਛੇ, ਦੰਗਿਆਂ ਪਿੱਛੇ ਵੀ ਇਹਨਾਂ ਦੋਨਾਂ ਦਾ ਹੱਥ ਸੀਗਾ। FIR ਦੇ ਵਿੱਚ ਕਿਤੇ ਨਾਮ ਕਿਉਂ ਨਹੀਂ? FIR ਦੇ ਵਿੱਚ ਨਾਮ ਇਸ ਕਰਕੇ ਨਹੀਂ ਆਏ ਕਿਉਂਕਿ ਦੰਗਿਆਂ ਦੀ ਪਹਿਲਾਂ ਸੁਣੋ, ਮੈਂ 24 ਅਗਸਤ ਨੂੰ ਮੈਂ ਇੱਕ ਮੀਡੀਆ ਪ੍ਰਭਾਰੀ ਵੀ ਹਾਂ, ਸੱਚਾਈ ਦਾ ਸਮੁੰਦਰ ਵੀਕਲੀ ਅਖਬਾਰ ਛਾਪਦਾ ਮੈਂ ਉਸ ਦੇ ਜ਼ਰੀਏ ਇਹਨਾਂ ਨੂੰ ਕਿਹਾ ਵੀ ਤੁਸੀਂ ਭੋਲੀ ਭਾਲੀ ਸਾਧ ਸੰਗਤ ਨੂੰ ਨਾ ਮਰਵਾਓ,
ਇਹ ਪੰਚਕੂਲੇ ਜਿਸ ਵਕਤ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਕਿਹਾ ਵੀ ਅਸੀਂ ਇਕੱਲੇ ਜਾਵਾਂਗੇ, ਸਾਧ ਸੰਗਤ ਉੱਥੇ ਬਿਲਕੁਲ ਨਹੀਂ ਜਾਣਾ, ਤੇ ਇਹਨਾਂ ਨੇ ਕਿਹਾ ਵੀ ਮਹਾਰਾਜ ਜੀ ਦੇ ਪਾਸ ਉੱਥੇ ਜਾਓਗੇ, ਪੰਚਕੂਲੇ ਸਤਸੰਗ ਕਰੋਗੇ ਤਾਂ ਸਤਸੰਗ ਸੁਣੋਗੇ ਤਾਂ ਉੱਥੇ ਤੁਹਾਡੇ ਪਹਾੜ ਜਿੱਡੇ ਕਰਮ ਕੱਟ ਜਾਣਗੇ। ਔਰ ਜੋ ਇਹਨਾਂ ਦੇ ਬੰਦੇ ਮੈਂ ਉੱਥੇ ਸਤਸੰਗ ਕਰਨ ਆਉਣਾ ਸੀ ਕਿ ਪੇਸ਼ੀ ਤੇ ਆਉਣਾ ਸੀ? ਜੋ ਉੱਥੇ ਜ਼ਿੰਮੇਵਾਰ ਬੰਦੇ ਗਏ ਸੀ ਉਹਨਾਂ ਨੇ ਆਪਣੇ ਮੋਬਾਈਲ ਨੰਬਰ ਦੀ ਲੋਕੇਸ਼ਨ, ਕਿਸੇ ਨੇ ਕਮਰੇ ਬੁੱਕ ਕਰ ਲਏ ਧਰਮਸ਼ਾਲਾ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ, ਜਾਂ ਉੱਥੋਂ ਹਜ਼ਾਰਾਂ ਸੈਂਕੜੇ ਜਾਂ 50 ਕਿਲੋਮੀਟਰ ਜਾਂ 10 ਕਿਲੋਮੀਟਰ ਦੀ ਦੂਰੀ ਤੇ ਰਹੇ ਤਾਂ ਕਿ ਇਹਨਾਂ ਦੀ ਲੋਕੇਸ਼ਨ ਆਵੇ ਜੋ ਇਹਨਾਂ ਦੇ ਅੱਗੇ ਇਹ ਰੱਖੇ ਹੋਏ ਸੀ, ਜੋ ਗੈਂਗ ਇੱਕ ਕਾਰਨਾਮੇ ਕਰਵਾਉਣ ਵਾਸਤੇ, ਜਾਣੀ ਕਿ ਬੰਬ ਬਲਾਸਟ ਜਾਂ ਅੱਗਾਂ ਲਵਾਉਣ ਵਾਸਤੇ। ਇਸ ਕਰਕੇ ਮੈਂ ਇਹ ਕੱਲਾ ਤੱਥ ਇੱਕ ਵਾਰ ਦੇ ਵਿੱਚ ਨਹੀਂ ਦੱਸੂਗਾ ਸਰ। ਲੇਕਿਨ 25 ਅਗਸਤ 2017 ਬੀਤੇ ਨੂੰ ਵੀ ਹੁਣ ਤਾਂ ਮੇਰੇ ਖਿਆਲ 3.5 ਸਾਲ ਹੋ ਚੁੱਕੇ ਨੇ, ਤੁਸੀਂ ਹੁਣ ਤੱਕ ਕਿਉਂ ਨਹੀਂ ਸਾਹਮਣੇ ਆਏ? ਮੁਖਤਿਆਰ ਜੀ ਹੁਣ ਤੱਕ ਕਿਉਂ ਚੁੱਪ ਰਹੇ? ਜਾਂ ਤੁਹਾਨੂੰ ਪਤਾ ਸੀ ਇੰਨੇ ਚਿਰ ਤੋਂ ਇਹ ਡੇਰਾ ਸਿਰਸਾ ਸੌਦਾ ਸੱਚਾ ਸੌਦਾ, ਮਾਫ ਕਰਿਓ, ਡੇਰਾ ਸੱਚਾ ਸੌਦਾ ਸਿਰਸਾ ਦੇ ਵਿੱਚ ਇਹ ਗਲਤ ਕੰਮ ਕਰ ਰਹੇ ਨੇ ਜਾਂ ਕਰਵਾ ਰਹੇ ਨੇ, ਤੁਸੀਂ ਹੁਣ ਤੱਕ ਕਿਉਂ ਨਹੀਂ ਬੋਲੇ? ਮੈਂ ਚੁੱਪ ਨਹੀਂ ਰਿਹਾ, ਮੈਂ ਮੀਡੀਆ ਦੇ ਸਾਹਮਣੇ ਨਹੀਂ ਆਇਆ, ਮੈਂ ਡਟ ਕੇ ਵਿਰੋਧ ਕੀਤਾ। 2006 ਦੇ ਵਿੱਚ CBI ਬਨਾਮ ਸੱਚਾ ਸੌਦਾ ਮੈਨੇ ਛਾਪਿਆ ਆਪਣਾ 12 ਅਗਸਤ 2006 ਤੇ ਜਿਸ ਦੇ ਵਿੱਚ ਪ੍ਰਬੰਧਕਾਂ ਦਾ ਜੋ ਕਾਲਾ ਚਿੱਠਾ ਸੀ, ਕਾਲੀਆਂ ਕਰਤੂਤਾਂ ਸੀ, ਸਾਰੀਆਂ ਨੰਗੀਆਂ ਕਰਤੀਆਂ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਫਸਾਇਆ ਜਾ ਰਿਹਾ ਹੈ। ਨਹੀਂ, ਕਿਵੇਂ ਫਸਾਇਆ ਕਿਵੇਂ ਜਾ ਰਿਹਾ? ਉਸ ਤੋਂ ਬਾਅਦ ਮੈਂ ਰਾਜਨੀਤੀ ਅਖਾੜਾ ਬਨਾਮ ਸੱਚਾ ਸੌਦਾ 2017 ਦੇ ਵਿੱਚ ਛਾਪਿਆ। ਕਿਉਂ ਛਾਪਿਆ? ਵੀ ਭੋਲੀ ਭਾਲੀ ਸੰਗਤ ਨੂੰ ਗੁੰਮਰਾਹ ਕਰਕੇ ਹੋਰ ਵੱਡਾ ਇਹ ਸਕੈਂਡਲ ਬਣਾ ਲਿਆ। ਇਹਨਾਂ ਦੀ ਗੈਂਗ ਜੋ ਭਗੌੜੇ ਹੈ, ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਇਹ ਦੋਨਾਂ ਜ਼ਿੰਮੇਵਾਰ ਨੇ ਜੋ ਬੰਦੇ, ਬਾਰ-ਬਾਰ ਇਹਨਾਂ ਦਾ ਨਾਮ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਾਰ-ਬਾਰ ਡੇਰਾ ਸੱਚਾ ਸੌਦਾ ਮੁਖੀ ਪ੍ਰਬੰਧਕ ਬੋਲਤਾ, ਤੇ ਇਹਨਾਂ ਦੋਨਾਂ ਹੀ ਕਾਲੀਆਂ ਕਰਤੂਤਾਂ ਕਰਨ ਵਾਲਿਆਂ ਦਾ ਦੋਨਾਂ ਦਾ ਹੀ ਹੱਥ ਹੈ। ਤੇ ਹੁਣ ਮੈਨੂੰ ਇਸ ਕਰਕੇ ਆਉਣਾ ਪਿਆ ਕਿ ਜੋ ਭਗੌੜੇ ਨੇ ਜਾਂ ਕੁਛ ਹੋਰ ਨੇ ਬਾਹਰਲੇ ਡੇਰਿਆਂ ਦੇ ਵਿੱਚ, ਜਾਂ ਮਤਲਬ ਜਿੱਥੇ ਮਤਲਬ ਲੋਕਾਂ ਦੀ ਆਵਾਜਾਈ ਨਹੀਂ, ਉਸ ਜਗ੍ਹਾ ਦੇ ਵਿੱਚ ਇਹਨਾਂ ਨੇ ਇੱਕ ਆਪਦਾ ਗਰੋਹ ਬਣਾਇਆ ਹੋਇਆ ਹੈ, ਉਹਨਾਂ ਨੂੰ ਟ੍ਰੇਨਿੰਗ ਦੇ ਕੇ ਅਸਲੇ ਦੀ ਔਰ ਹੋਰ ਕਈ ਪ੍ਰਕਾਰ ਦੇ ਕਾਰਨਾਮੇ ਕਰਨ ਦੀ, ਜਿਹਦੇ ਵਿੱਚ ਅਜਰਕਤਾ ਫੈਲ ਜੇ, ਲੋਕਾਂ ਦੇ ਵਿੱਚ ਬਦਅਮਨੀ ਫੈਲ ਜੇ, ਜਾਂ ਜਿਨ੍ਹਾਂ ਦੇ ਨਾਲ ਇਹਨਾਂ ਦੀ ਲਾਗ ਡਾਟ ਹੈ ਉਹਨਾਂ ਦਾ ਕਤਲ ਕਰਾਇਆ ਜਾਵੇ। ਇਸ ਕਰਕੇ ਮੈਂ ਇਸ ਚੀਜ਼ ਨੂੰ ਉਜਾਗਰ ਕੀਤਾ ਹੈ ਕਿ ਸਰਕਾਰ ਸੋਈ ਪਈ ਹੈ ਤੇ ਸਾਡੀ ਸਰਸਾ ਪੁਲਿਸ ਸੋਈ ਪਈ ਹੈ, ਇਹਨਾਂ ਦੀ ਗਤੀਵਿਧੀਆਂ ਦੇ ਬੰਨੀ ਧਿਆਨ ਨਹੀਂ ਦਿੱਤਾ। ਕਿਉਂਕਿ ਮੈਂ ਇੱਕ ਦਰਖਾਸਤ ਪਹਿਲਾਂ ਵੀ ਦਿੱਤੀ ਹੈ ਇਹਨਾਂ ਦੇ ਥੱਲੇ ਕਰਿੰਦੇ ਜ਼ਿੰਮੇਵਾਰਾਂ ਤੇ, ਉਹਨਾਂ ਨੇ ਪਹਿਲਾਂ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਾਰਵਾਈ, ਮੇਰੀ ਇਨਕੁਆਇਰੀ ਅਜੇ ਜਾਰੀ ਹੈ। ਤੇ ਬਾਕੀ ਅੱਜ ਜੋ ਟਾਈਮ ਹੈ, ਅੱਜ ਦੇ ਟਾਈਮ ਇਹਨਾਂ ਨੇ ਐਸਾ ષਡਯੰਤਰ ਤਿਆਰ ਕੀਤਾ ਹੈ ਜਿਸ ਦੇ ਵਿੱਚ ਨਾ ਤਾਂ ਸਰਕਾਰ ਤੋਂ ਕਾਬੂ ਆਣਾ ਤੇ ਆਮ ਜਨਤਾ ਦੇ ਕੋਲੇ ਤਾਂ ਹੈ ਹੀ ਕੁਛ ਨਹੀਂ, ਤੇ ਨਾ ਹੀ ਜੋ ਬੰਦਿਆਂ ਦੇ ਕੁਝ ਵੱਡਾ ਪਲਾਨ ਕਰ ਰਹੇ ਨੇ ਇਹ, ਜੋ ਇਤਨਾ ਵੱਡਾ ਪਲਾਨ ਹੈ ਕਿ ਜਿਸ ਦਾ ਮਤਲਬ ਰੂਪ ਰੇਖਾ ਅਜੇ ਦੱਸਣ ਦੇ ਵਿੱਚ ਨਹੀਂ ਆ ਰਹੀ ਕਿ ਕਿੱਥੇ ਕਿੱਥੇ ਇਹਨਾਂ ਨੇ ਬੰਬ ਬਲਾਸਟ ਕਰਨੇ ਨੇ, ਕਿੱਥੇ ਕਿੱਥੇ ਬੰਦੇ ਮਰਵਾਣੇ ਨੇ। ਇਹ ਦੋਏ ਬੰਦੇ ਐਸੇ ਢੰਗ ਨਾਲ ਚੱਲਦੇ ਨੇ ਕਿ ਆਪਦੇ ਆਪ ਨੂੰ ਬਹੁਤ ਰੂਹ ਪੋਸ਼ ਤੇ ਆਪਣੇ ਆਪ ਨੂੰ ਮਹਾਤਮਾ ਔਰ ਆਪਣੇ ਆਪ ਨੂੰ ਮੁਖੀ ਪ੍ਰਬੰਧਕ ਅਜੀਜ਼ ਨਜ਼ਰ ਆਉਂਦੇ ਨੇ। ਪਰ ਜਿਤਨਾ ਵੀ ਜੋ ਵੀ ਸਾਡੇ ਦਰਬਾਰ ਦੇ ਵਿੱਚ ਇਹ ਕਾਂਡ ਹੋਇਆ, ਸਾਡੀ ਸੱਚੇ ਸੌਦੇ ਦੀ ਸਾਧ ਸੰਗਤ ਹੁਣ ਜਾਗ ਚੁੱਕੀ ਹੈ। ਇਹਨਾਂ ਦੇ ਕੱਲੇ ਤੱਥ ਨੰਗੇ ਮੈਂ ਵੀ ਕਰੂੰਗਾ ਤੇ ਸਾਧ ਸੰਗਤ ਵੀ ਕਰ ਰਹੀ ਹੈ। ਮੈਂ ਇਹਨਾਂ ਦੇ ਉਸ ਵਕਤ ਕਰੂੰਗਾ ਜਦੋਂ ਸਰਕਾਰ ਦੀ ਤਰਫੋਂ ਮੈਨੂੰ ਸਿਕਿਉਰਿਟੀ ਦਿੱਤੀ ਗਈ ਔਰ ਮੇਰੀ ਸੁਰੱਖਿਆ ਦਿੱਤੀ ਗਈ। ਸਰ, ਤੁਸੀਂ ਕਹਿ ਰਹੇ ਹੋ ਕਿ ਬੰਬ ਬਲਾਸਟ ਵੀ ਇਹ ਕਰਵਾ ਸਕਦੇ ਨੇ। ਹਾਲੇ ਮੌੜ ਮੰਡੀ ਬੰਬ ਬਲਾਸਟ ਵਾਲਾ ਜਿਹੜਾ ਹੈਗਾ ਉਹ ਵੀ ਹਾਲੇ ਤੱਕ ਨਿਬੜਿਆ ਨਹੀਂ ਕੇਸ। ਉਹਦੀਆਂ ਤਾਰਾਂ ਵੀ ਜਿਹੜੀਆਂ ਨੇ ਜੁੜੀਆਂ ਸੀ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਲ, ਕਿ ਇਹਨਾਂ ਦਾ ਕਿਤੇ ਹੱਥ ਸੀ ਵਿੱਚ? ਹੱਥ ਨਹੀਂ, ਇਹ ਸਾਰੀ ਕਾਰਗੁਜ਼ਾਰੀ ਇਹਨਾਂ ਦੇ ਹੱਥ 'ਚ ਹੈ। ਮਾਸਟਰਮਾਈਂਡ ਇਹ ਦੋਨੋਂ ਹੀ ਆਦਮੀ ਨੇ। ਇਹਨਾਂ ਨੇ ਨੌਜਵਾਨ ਬੱਚਿਆਂ ਨੂੰ ਭੜਕਾ ਕੇ, ਉਹਨਾਂ ਦੀ ਬੁੱਧੀ ਘੁਮਾ ਕੇ ਸਾਧੂ ਬਣਨ ਆਏ ਸੀ ਤੇ ਉਹਨਾਂ ਨੂੰ ਅੱਤਵਾਦੀ ਬਣਾ ਕੇ ਉਹਨਾਂ ਨੂੰ ਇੰਨਾ ਤਿਆਰ ਕਰਤਾ ਜੋ ਕਿ ਉਹ ਬੰਦੇ ਅੱਜ ਇਹ ਕਹਿ ਦੇਣਗੇ ਵੀ ਅਸੀਂ ਮਰਨ ਨੂੰ ਵੀ ਤਿਆਰ ਹਾਂ ਆਪਦੇ ਆਪ ਦੇ ਗੋਲੀ ਮਾਰ ਕੇ, ਤੇ ਦੂਜੇ ਨੂੰ ਮਾਰਨ ਲੱਗੇ ਵੀ ਅਸੀਂ 1 ਮਿੰਟ ਨਹੀਂ ਲਾਵਾਂਗੇ। ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਦਰਖਾਸਤ ਵੀ ਦੇ ਰਿਹਾ ਤੇ ਅਗਲੇ ਤੱਥ ਵੀ ਨੰਗੇ ਕਰੂੰਗਾ। ਇਸ ਦਰਖਾਸਤ ਵਿੱਚ ਕੀ ਹੈ ਸਰ? ਇਹ ਦਰਖਾਸਤ ਦੇ ਵਿੱਚ ਇਹ ਹੈ ਕਿ ਮੈਨੂੰ 30 ਅਗਸਤ ਨੂੰ ਡੇਰੇ ਦੇ ਵਿੱਚ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਪਿਸਤੌਲ ਦਿਖਾਇਆ। ਉਸ ਤੋਂ ਬਾਅਦ ਮੈਂ ਬੇਗੂ ਬੰਨੀ ਮੇਰੇ ਬੰਦੇ ਨੂੰ ਨਾਲ ਲੈ ਕੇ ਬੇਗੂ ਬੰਨੀ ਨੂੰ ਚਲਿਆ ਗਏ ਨੇ, ਪਿੱਛੇ ਜਿਪਸੀ ਲਾਈ ਮੈਂ ਬੇਗੂ ਦੇ ਵਿੱਚ ਵੀ 5-7 ਮਿੰਟ ਅਸੀਂ ਟਪਾ ਦਈਏ ਉੱਧਰ। ਤੇ ਉਸ ਤੋਂ ਬਾਅਦ ਮੈਂ ਪੈਟਰੋਲ ਪੰਪ ਤੇ ਚਲੇ ਗਿਆ। ਪੈਟਰੋਲ ਪੰਪ ਤੇ ਮੈਂ ਆਪਦਾ ਸਮਾਂ ਕੱਢਿਆ ਤੇ ਜਿਸ ਵਕਤ ਅਸੀਂ ਮਤਲਬ ਸ਼ਹਿਰ ਨੂੰ ਜਾ ਰਹੇ ਹਾਂ ਤੇ ਉਧਰੋਂ ਸ਼ਹਿਰ ਦੀ ਤਰਫੋਂ ਆਇਆ ਮਿਲਕ ਪਲਾਂਟ ਦੇ ਕੋਲੇ, ਗੱਡੀ ਰੋਕ ਕੇ
ਮੈਨੂੰ ਕਿਹਾ, ਕਹਿੰਦਾ ਤੂੰ ਅਜੇ ਵੀ ਦਰਬਾਰ ਦੇ ਆਸੇ-ਪਾਸੇ ਘੁੰਮ ਰਿਹਾ, ਤੈਨੂੰ ਪਤਾ ਨਹੀਂ, ਜਾਂ ਤਾਂ ਤੈਨੂੰ ਗੱਡੀ ਥੱਲੇ ਦੇ ਕੇ ਮਾਰੂੰਗਾ ਤੇ ਜਾਂ ਤੈਨੂੰ ਅਗਵਾ ਕਰਕੇ ਕੋਈ ਐਸੀ ਜਗ੍ਹਾ ਸਿੱਟੂੰਗਾ ਜਿੱਥੇ ਤੇਰਾ ਪਤਾ ਨਹੀਂ ਲੱਗੂਗਾ। ਤੇ ਉੱਥੇ ਆਮ ਲੋਕ ਖੜ ਗਏ, ਉਹ ਕਹਿੰਦੇ ਵੀਡੀਓ ਬਣਾਓ। ਤੇ ਮੈਂ ਜਦੋਂ ਕੈਮਰਾ ਕੱਢਣ ਲੱਗਿਆ ਤੇ ਜਿਸ ਵਕਤ ਇਹਦੀ ਵੀਡੀਓ ਬਣਾਉਣ ਲੱਗਿਆ ਤੇ ਗੱਡੀ ਲੈ ਕੇ ਰਫੂ ਚੱਕਰ ਹੋ ਗਿਆ ਆਪਦੀ ਜਿਸੀ। ਤੁਸੀਂ ਕਹਿ ਰਹੇ ਹੋ ਜਿੰਨੇ ਵੀ ਪੁੱਠੇ ਕੰਮ ਹੋਏ ਨੇ ਕਰਾਉਣ ਵਾਲੇ ਇਹ ਨੇ, ਹਨਾ, ਤੇ ਜੋ ਕੁਝ ਇਲਜ਼ਾਮ ਜਾਂ ਦੋਸ਼ ਸਾਬਤ ਹੋਏ ਨੇ ਗੁਰਮੀਤ ਰਾਮ ਰਹੀਮ ਦੇ, ਕਿ ਉਹਨਾਂ ਪਿੱਛੇ ਵੀ ਇਹਨਾਂ ਦਾ ਹੱਥ ਹੈ? ਉਹਨਾਂ ਦੇ ਪਿੱਛੇ ਜੋ ਕੁਝ ਕੀਤਾ ਹੈ, ਇਹਨਾਂ ਨੇ ਹੀ ਆਪਦੀਆਂ ਗਵਾਹੀਆਂ ਤਿਆਰ ਕਰਵਾਈਆਂ, ਆਪਦੇ ਹੀ ਵਕੀਲ ਤਿਆਰ ਕੀਤੇ। ਗੁਰਮੀਤ ਸਿੰਘ ਰਾਮ ਰਹੀਮ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰੇ ਤੇ ਕੇਸ ਕਿਹਨੇ ਬਣਾਇਆ ਔਰ ਮੇਰਾ ਵਕੀਲ ਮੇਰੇ ਹੱਕ 'ਚ ਐਸਕੇ ਕਰਕੇ ਨਿਰਮਾਣਾ ਕਰਦਾ ਕਿ ਮੇਰੇ ਉਲਟ ਕਰਦਾ ਹੈ। ਤੇ ਜਦੋਂ ਕਿ ਇੱਕ ਵੀ ਗਵਾਹੀ ਉਹਨਾਂ ਦੇ ਹੱਕ ਦੇ ਵਿੱਚ ਸਾਡੇ ਮਦਈ ਦੇ ਮੁਲਜ਼ਮ ਦੇ ਵਕੀਲ ਕਹਿ ਲਓ, ਮਦਈ ਦੇ ਵਕੀਲ ਕਹਿ ਲਓ, ਉਹਨਾਂ ਦੇ ਹੱਕ 'ਚ ਨਹੀਂ ਕਰਾਈ। ਸਜ਼ਾ ਕਰਵਾਉਣ ਦੇ ਹੱਕਦਾਰ ਸੁਖਦੇਵ ਸਿੰਘ ਦੀਵਾਨਾ, ਹਰਮੋਹਨ ਸਿੰਘ ਤੇ ਮੈਨੇਜਮੈਂਟ ਜਿਹੜੀ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ ਤੇ ਇਹਨਾਂ ਦੇ ਵਕੀਲ ਉਹੀ ਨੇ। ਸਰ ਲੇਕਿਨ ਤੱਥ ਤਾਂ ਜੋ ਵਿੱਚ ਕੋਰਟ ਵਿੱਚ ਪੇਸ਼ ਕੀਤੇ ਗਏ ਉਹ ਤਾਂ ਇਹੀ ਦੱਸਦੇ ਨੇ ਵੀ ਗੁਰਮੀਤ ਰਾਮ ਰਹੀਮ ਨੇ ਬਲਾਤਕਾਰ ਕੀਤਾ, 2 ਬਲਾਤਕਾਰਾਂ ਦਾ ਇਲਜ਼ਾਮ ਲੱਗ ਕੇ ਸਜ਼ਾ ਹੋਈ ਹੈ ਜੀ। ਉਹਦੇ ਬਾਰੇ ਤਾਂ ਅਸੀਂ ਜੋ ਸਜ਼ਾ ਹੈ, ਸੱਚੇ ਫਾਂਸੀ ਚੜ੍ਹਦੇ ਦੇਖੇ, ਝੂਠੇ ਮੌਜ ਉਡਾਉਂਦੇ। ਤੁਸੀਂ ਕਹਿ ਰਹੇ ਹੋ ਵੀ ਸੱਚੇ ਨੇ ਉਹ? ਬਿਲਕੁਲ ਸੱਚੇ ਹੈ ਸਰ ਫਿਰ ਅੰਦਰ ਕਾਨੂੰਨ ਨਹੀਂ, ਉਹ ਤਾਂ ਬਲਾਤਕਾਰ ਦਾ ਇਲਜ਼ਾਮ ਹੈ ਜੀ। ਅੰਦਰ ਉਹ ਬਲਾਤਕਾਰ 'ਚ ਨਹੀਂ ਗਏ। ਇਹ ਸਰ ਜੱਜਮੈਂਟ ਕਹਿੰਦੀ ਹੈ 2 ਬਲਾਤਕਾਰਾਂ ਦੇ ਕੇਸ ਵਿੱਚ 10-10 ਸਾਲ ਦੀ ਸਜ਼ਾ ਹੋਈ ਹੈ। ਜੱਜਮੈਂਟ ਕੀ ਕਹਿੰਦੀ ਹੈ? ਜੋ ਸਾਡੇ ਗਵਾਹ ਨੇ ਉਹ ਕੌਣ ਨੇ? ਮੋਹਨ ਸਿੰਘ ਦੇ ਤੇ ਸੁਖਦੇਵ ਦੀਵਾਨੇ ਦੇ। ਜੋ ਸਾਡੇ ਮਦਈ ਨੇ ਉਹ ਕੌਣ ਨੇ? ਤੇ ਮੋਹਨ ਸਿੰਘ ਦੇ ਤੇ ਉਹਨਾਂ ਦੇ। ਗਵਾਹ ਦੇ ਆਧਾਰ ਤੇ ਸਜ਼ਾ ਹੁੰਦੀ ਹੈ। ਗਵਾਹ ਸੱਚਾ ਬੋਲੇ ਚਾਹੇ ਝੂਠਾ ਬੋਲੇ, ਉਹ ਉਧਰਲੇ ਪਾਸੇ ਨਾ ਜਾਓ। ਜੋ ਮੇਨ ਕੰਮ ਹੈ ਮੇਰਾ, ਮੇਨ ਕੰਮ ਉਹ ਸਾਡੇ ਗੁਰੂ ਮਹਾਰਾਜ ਨੇ, ਸ਼ਾਹ ਮਸਤਾਨਾ ਜੀ ਦੀ ਗੱਦੀ ਤੇ ਨੇ। ਸੁਣੋ ਇੱਕ ਮਿੰਟ ਜੀ, ਮੈਂ ਫਾਲਤੂ ਨਹੀਂ ਮੈਂ ਇਹਦੇ ਬਾਰੇ ਗੱਲ ਕਰਨਾ ਚਾਹੁੰਦਾ, ਕਿਉਂਕਿ ਸ਼ਾਹ ਮਸਤਾਨਾ ਜੀ ਗੱਦੀ ਤੇ ਸ਼ਾਹ ਸਤਨਾਮ ਜੀ ਮਹਾਰਾਜ ਆਏ ਨੇ। ਸਾਡੇ ਸਾਹਮਣੇ ਉਹਨਾਂ ਨੂੰ ਸਾਡੇ ਵਾਸਤੇ ਪਵਿੱਤਰ ਆਤਮਾ ਔਰ ਪਵਿੱਤਰ ਗੁਰੂ ਸਾਡੀ ਸੇਵਾ ਵਾਸਤੇ ਸਾਨੂੰ ਦਿੱਤਾ ਹੈ। ਅੱਜ ਉਹ ਜੇਲ੍ਹ 'ਚ ਵੀ ਬੈਠਾ, ਚਾਹੇ ਉਸ ਨੂੰ ਬਾਹਰ ਕਹਿ ਦਿਓ, ਚਾਹੇ ਤੁਸੀਂ ਬਲਾਤਕਾਰੀ ਕਹਿ ਦਿਓ, ਸਾਡੇ ਵਾਸਤੇ ਰੱਬ ਹੈ ਔਰ ਰੱਬ ਹੀ ਰਹੇਗਾ। ਪਰ ਅਸੀਂ ਪੱਤਰਕਾਰਾਂ ਦੇ ਮਗਰ ਲੱਗ ਕੇ ਆਪਦੇ ਗੁਰੂ ਦੇ ਪ੍ਰਤੀ ਨਾ ਸ਼ਬਦ ਸੁਣ ਸਕਦੇ ਹਾਂ ਤੇ ਨਾ ਅਸੀਂ ਇਹ ਸ਼ਬਦ ਬੋਲ ਸਕਦੇ ਹਾਂ। ਤੁਸੀਂ ਚਾਹੇ ਨਾ ਬੋਲੋ, ਲੇਕਿਨ ਜਿਹੜੀ ਗੱਲ ਲਿਖੀ ਗਈ ਹੈ ਕਾਨੂੰਨ ਦੇ ਤਹਿਤ, ਜੋ ਆਰਡਰ ਹੋਏ ਨੇ, ਬਲਾਤਕਾਰੀ ਸ਼ਬਦ ਨਾਲ ਲੱਗਿਆ ਜੀ, ਉਹ ਗਲਤ ਤਾਂ ਨਹੀਂ ਹੈ? ਉਹ ਅਦਾਲਤ ਜਾਣੇ ਤੇ ਉਹਦਾ ਕੰਮ ਜਾਣੇ। ਅਸੀਂ ਪੱਤਰਕਾਰ ਸਾਹਿਬ ਉਧਰਲੇ ਪਾਸੇ ਸਾਡਾ ਕੋਈ ਮਕਸਦ ਨਹੀਂ। ਗੱਲਾਂ ਇਹ ਵੀ ਉੱਠਦੀਆਂ ਨੇ ਕਿ ਤੁਹਾਨੂੰ ਲੱਗਦਾ ਕਿ ਬਾਹਰ ਆਣਗੇ ਹੁਣ? ਨਹੀਂ, ਜੋ ਬਾਹਰ ਆਣ ਤੇ ਨਾ ਆਣ ਸਾਡੇ ਦਿਲ ਦੇ ਵਿੱਚ ਨੇ। ਮਾਲਾ ਰਾਮਚੰਦਰ ਨੇ ਦਿੱਤੀ ਸੀਤਾ ਵਾਸਤੇ, ਹਨੂਮਾਨ ਨੂੰ, ਉਹਨੇ ਮਣ ਕੇ ਤੋੜਤੇ ਤੇ ਸੀਤਾ ਕਹਿਣ ਲੱਗੀ ਤੂੰ ਮੈਂ ਇਤਨੀ ਸੁੰਦਰ ਮਾਲਾ ਦਿੱਤੀ ਤੇ ਤੂੰ ਤੋੜ ਕਿਉਂ ਦਿੱਤੀ? ਉਸਨੇ ਮਤਲਬ ਆਪਦਾ ਦਿਲ ਪਾੜ ਕੇ ਦਿਖਾਇਆ ਤਾਂ ਉਹਦੇ ਵਿੱਚ ਰਾਮ ਰਾਮ ਦੀ ਆਵਾਜ਼ ਆਈ। ਤੇ ਇਸੇ ਤਰ੍ਹਾਂ ਸਾਡਾ ਜੋ ਗੁਰੂ ਹੈ ਗੁਰਮੀਤ ਰਾਮ ਰਹੀਮ ਸਿੰਘ ਜੀ, ਜੋ ਕਰਾਮਾਤਾਂ ਮੈਨੂੰ ਇਹਨਾਂ ਨੇ ਦਿਖਾਈਆਂ ਨੇ, ਅਜੇ ਤੱਕ ਮੈਂ ਉਹਨਾਂ ਦਾ 10 ਵਾਰ ਸਿਰ ਕਲਮ ਕਰਾ ਕੇ ਤੇ 10 ਵਾਰ ਭੇਟ ਕਰਦਾ। ਮੈਂ ਗੁਰਮੀਤ ਰਾਮ ਰਹੀਮ ਸਿੰਘ ਦਾ ਆਸਾਨ ਨਹੀਂ ਦੇ ਸਕਦਾ। ਸਰ ਕਰਾਮਾਤਾ ਤਾਂ ਮੇਰੇ ਖਿਆਲ 'ਚ ਕਾਨੂੰਨ ਨੇ ਵੀ ਦੇਖੇ ਨੇ, ਤਾਂ ਹੀ ਸਜ਼ਾ ਦਿੱਤੀ ਉਹਨਾਂ ਨੂੰ। ਉਹ ਜਿਹੜੀ ਸਜ਼ਾ ਅਸੀਂ ਨਹੀਂ ਸਜ਼ਾ ਮੰਨਦੇ, ਉਹ ਆਪਦੇ ਮਿਸ਼ਨ ਤੇ ਗਏ। ਤੁਸੀਂ ਕਿਉਂ? ਇਹ ਕਿਹੜਾ ਮਿਸ਼ਨ ਹੈ ਜੀ ਜਿਹੜਾ ਬਲਾਤਕਾਰ ਦੀ ਸਜ਼ਾ ਕੱਟਣੀ? ਮਿਸ਼ਨ ਕਿਹੜਾ ਮਿਸ਼ਨ ਹੈ? ਨਹੀਂ, ਉਹ ਤੁਸੀਂ ਆਪਦੇ ਪਾਸੇ ਜਾ ਰਹੇ ਹੋ, ਅਸੀਂ ਆਪਦੇ ਪਾਸੇ ਜਾ ਰਹੇ ਹਾਂ। ਸਾਡੇ ਇਹ ਮਿਸ਼ਨ ਕਿਹੜਾ ਵੀ ਬਲਾਤਕਾਰ ਦੀ ਸਜ਼ਾ ਕੱਟਣਾ? ਇਹ ਮਿਸ਼ਨ ਕਾਹਦਾ ਮਿਸ਼ਨ ਹੈ ਜੀ? ਸਾਡੇ ਗੁਰੂ ਨੇ ਕੰਮ ਕੀਤਾ ਹੈ, ਅਜੇ ਤੱਕ ਦੁਨੀਆ ਦੇ ਵਿੱਚ ਕੋਈ ਕਰ ਨਹੀਂ ਸਕਦਾ। ਉਹਦੀ ਸਜ਼ਾ ਭੁਗਤ ਰਿਹਾ, ਬਾਕੀ ਨਹੀਂ ਕੋਈ ਕਰ ਸਕਦਾ ਜੀ। ਉਹਦੀ ਸਜ਼ਾ ਭੁਗਤ ਰਹੇ ਨੇ। ਸਜ਼ਾ ਵਾਲੇ ਪਾਸੇ ਨਾ ਜਾਓ। ਜੋ ਸਜ਼ਾ ਹੈ ਉਹ ਇਹਨਾਂ ਲੋਕਾਂ ਨੂੰ ਹੀ ਮਿਲਣੀ ਹੈ। ਉਹ ਇੱਕ ਦਿਨ ਐਨ ਪਾਕ ਪਵਿੱਤਰ ਬਾਹਰ ਆਣਗੇ ਔਰ ਜੋ ਸਾਡੀ ਸਾਧ ਹਾਲੇ ਵੀ ਉਮੀਦ ਹੈਗੀ ਹੈ ਆਣ ਕੇ ਬਾਹਰ। ਨਹੀਂ, ਜੋ ਸਾਡੀ ਸਾਧ ਸੰਗਤ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਗੁੰਮਰਾਹ ਕਰਕੇ ਇਹਨਾਂ ਨੂੰ ਅੰਦਰ ਕਰਾਉਣ ਦਾ ષੜਯੰਤਰ ਕਿਹਨੇ ਰਚਿਆ ਹੈ। ਉਹ ਮੁਖਤਿਆਰ ਸਿੰਘ ਨੇ ਅੱਜ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਹੈ। ਤੇ ਮੈਂ ਜਿਸ ਵਕਤ ਵਿਦੇਸ਼ ਜਾਂਦਾ ਸੀ ਤੇ ਮੈਨੂੰ ਚਿੱਠੀ ਪਾ ਕੇ ਆਪਦੇ ਕਰ ਕਮਲਾਂ ਦੁਆਰਾ ਮੈਨੂੰ ਬੁਲਾਇਆ। ਸਾਡੇ ਵਾਸਤੇ ਉਹੀ ਸਾਧੂ ਹੈ ਗੁਫਾ 'ਚ ਬਿਠਾ ਕੇ, ਜੋ ਸ਼ਾਸਤਰ ਨਾਮ ਜੀ ਗੁਫਾ ਦੇ ਕਿੱਸੇ ਵੀ ਬੜੇ ਮਸ਼ਹੂਰ ਨੇ ਉਹਨਾਂ ਦੇ। ਨਹੀਂ, ਗੁਫਾ ਸਾਡੀ ਛੋਟੀ ਹੈ, ਕੋਈ ਗੁਫਾ ਦੇ ਉਹ ਕਿੱਸੇ ਵਾਲੇ ਪਾਸੇ ਨਾ ਜਾਓ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ, ਕਹਿੰਦੇ ਮਾਫੀ ਉੱਥੇ ਮੰਗਾਈ ਜਾਂਦੀ ਸੀ। ਉਹ ਜਿਹੜੀ ਉਹ ਗੱਲ ਹੈ, ਤੁਸੀਂ ਆਪਦੇ ਪੱਤਰਕਾਰਾਂ ਦੇ ਹਿਸਾਬ ਨਾਲ ਬੋਲਦੇ ਹੋ। ਮੇਰਾ ਗੁਰੂ ਹੈ, ਮੇਰੇ ਗੁਰੂ ਨੇ ਜੋ ਮੈਨੂੰ, ਇਹ ਤਾਂ ਮੈਨੂੰ ਪਹਿਲੇ ਨਹੀਂ ਆਣ ਦਿੰਦੇ ਸੀ। ਖੁਦ ਉਹਨਾਂ ਨੇ ਕਿਹਾ ਬਈ ਇਹ ਤੁਹਾਡਾ ਕੀ ਲੈਂਦਾ ਜੇ ਡੇਰੇ 'ਚ ਆਉਂਦਾ ਹੈ, ਸੁਖਦੇਵ ਸਿੰਘ ਦੀਵਾਨਾ ਨੂੰ ਤੇ ਮੋਹਨ ਸਿੰਘ ਨੂੰ। ਤੇ ਇਹਨਾਂ ਨੇ ਮੇਰੇ ਤੇ ਨਜਾਇਜ਼ ਇਲਜ਼ਾਮ ਲਾ ਕੇ ਮੈਨੂੰ ਦੁਬਾਰਾ ਫੇਰ ਅੰਦਰ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਦੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਮੇਰੇ ਵਾਸਤੇ ਉਹ ਚੀਜ਼ ਕੀਤੀ
ਕਹਿਣ ਲੱਗੇ ਵੀ ਅੱਜ ਤੋਂ ਬਾਅਦ ਇਸ ਨੂੰ ਡੇਰੇ 'ਚ ਆਉਣ ਤੋਂ ਬੰਦ ਨਹੀਂ ਕਰਨਾ, ਕਿਉਂਕਿ ਇਹੀ ਕੁਛ ਉਹ ਕਹਿੰਦੇ ਸੀ। ਇਹ ਜੋ ਪ੍ਰਬੰਧਕ ਨੇ ਮੋਹਨ ਸਿੰਘ ਤੇ ਸੁਖਦੇਵ ਦੀਵਾਨਾ ਵੀ ਇਹ ਤੋਂ ਬਗੈਰ ਸਾਡੀਆਂ ਗਤੀਵਿਧੀਆਂ ਪਬਲਿਕ ਦੇ ਵਿੱਚ, ਸਾਧ ਸੰਗਤ ਦੇ ਵਿੱਚ ਔਰ ਸਰਕਾਰ ਦੇ ਅੱਗੇ ਕੋਈ ਨਹੀਂ ਲੈ ਕੇ ਆਉਂਦਾ। ਤੇ ਜਦੋਂ ਹੁਣ ਸਾਡੇ ਗੁਰੂ ਜੀ ਜੋ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ। ਸਾਡੇ ਗੁਰੂ ਜੀ ਜੇਲ੍ਹ 'ਚ ਚਲੇ ਗਏ, ਉਦੋਂ ਬਾਅਦ ਇਹਨਾਂ ਦੀਆਂ ਖੁੱਲੀਆਂ ਮੁਹਾਰਾਂ ਹੋ ਗਈਆਂ, ਜੋ ਮਰਜ਼ੀ ਕਰਨ, ਜਿਸ ਨੂੰ ਮਰਜ਼ੀ ਕਤਲ ਕਰਾਉਣ, ਜਿਸ ਨੂੰ ਮਰਜ਼ੀ ਡੇਰੇ 'ਚ ਜਿਹੜੇ ਇਲਜ਼ਾਮ ਗੁਰਮੀਤ ਰਾਮ ਰਹੀਮ ਤੇ ਲੱਗੇ ਨੇ ਕਿ ਇਦਾਂ ਦੀਆਂ ਕਰਤੂਤਾਂ ਸੁਖਦੇਵ ਦੀਵਾਨਾ ਜਾਂ ਫਿਰ ਮੋਹਨ ਸਿੰਘ ਵੀ ਕਰਦੇ ਨੇ। ਜੋ ਦੋ ਕੰਮ ਸਿਰਫ ਔਰ ਸਿਰਫ ਜੋ ਡੇਰੇ ਦੇ ਮੁੱਖ ਦੋਸ਼ੀ ਨੇ, ਸਿਰਫ ਮੋਹਨ ਸਿੰਘ ਦੀਵਾਨਾ, ਮੋਹਨ ਸਿੰਘ son of ਬਚਿੱਤਰ ਸਿੰਘ, ਸੁਖਦੇਵ ਸਿੰਘ son of ਬਾਰਾ ਸਿੰਘ, ਡੇਰੇ ਦੇ ਮੁਖੀ ਪ੍ਰਬੰਧਕ ਪੁਰਾਣੇ ਵੀ ਤੇ ਨਵੇਂ ਵੀ। ਤੇ ਨਵਿਆਂ ਨੂੰ ਇਹ ਧਮਕਾ ਲੈਂਦੇ ਨੇ, ਜਿਹੜੇ ਇਹਨਾਂ ਦੇ ਥੱਲੇ ਕਾਰਗੁਜ਼ਾਰ ਕਰਦੇ ਨੇ, ਪੁਰਾਣਿਆਂ ਨੂੰ ਇਹ ਲਾਲਚ ਦੇ ਕੇ ਬੁਰਾ ਲੈਂਦੇ ਨੇ। ਇਸ ਕਰਕੇ ਇਹਨਾਂ ਦੇ ਅੱਗੇ ਕੋਈ ਮੂੰਹ ਨਹੀਂ ਖੋਲਦਾ। ਮੁਖਤਿਆਰ ਸਿੰਘ ਦੀ ਅੱਜ ਇਹ ਮਜਬੂਰੀ ਹੈ, ਕਿਉਂਕਿ ਮੈਨੂੰ ਸਾਰੇ ਡੇਰਿਆਂ ਦੇ ਵਿੱਚੋਂ ਕਹਿੰਦੇ ਵੀ ਤੈਂ ਕਿਸੇ ਵੀ ਡੇਰੇ ਦੇ ਵਿੱਚ ਨਹੀਂ ਵੜਨਾ, ਅਗਰ ਤੂੰ ਵੜੇਗਾ ਤੇਰੇ ਉੱਪਰ ਕਿਸੇ ਆਦਮੀ ਨੂੰ ਮਾਰ ਕੇ ਤੇਰੇ ਉੱਪਰ ਝੂਠੇ ਕਤਲ ਦਾ ਇਲਜ਼ਾਮ ਵੀ ਪਾ ਦਾਂਗੇ, ਜਾਂ ਤੇਰਾ ਇਹ ਵੀ ਨਹੀਂ ਪਤਾ ਲੱਗੂਗਾ ਤੂੰ ਕਿੱਥੇ ਗਿਆ। ਤੂੰ ਅੱਜ ਤੱਕ ਡੇਰੇ ਦੇ ਵਿੱਚ ਆਉਂਦਾ ਰਿਹਾ ਜਿੰਨਾ ਚਿਰ ਗੁਰਮੀਤ ਸਿੰਘ ਜੀ ਰਾਮ ਰਹੀਮ ਗੱਦੀ ਤੇ ਸੀ, ਬਾਹਰ ਸੀ, ਤੇ ਹੁਣ ਤੈਨੂੰ ਅਸੀਂ ਡੇਰੇ ਵਿੱਚ ਨਹੀਂ ਵੜਨ ਦੇਵਾਂਗੇ। ਕਿਉਂਕਿ ਇਹੀ ਮੇਰੀ ਮਤਲਬ ਤੁਹਾਡੇ ਅੱਗੇ ਅਰਦਾਸ ਹੈ, ਬੇਨਤੀ ਹੈ ਕਿ ਮੇਰੀ ਇਹ ਖਬਰ ਨੂੰ ਦੇਸ਼ ਦੁਨੀਆ ਤੱਕ ਪਹੁੰਚਾਓ ਤੇ ਸਰਕਾਰ ਦੇ ਕੰਨ ਖੋਲੋ, ਹਰਿਆਣਾ ਪੁਲਿਸ ਦੇ ਤੇ ਸਰਸੇ ਪੁਲਿਸ ਦੇ ਕੰਨ ਖੋਲੋ। ਕਿਉਂਕਿ ਉਹ ਤਾਂ ਪਹਿਲਾਂ ਵੀ ਕਹਿੰਦੇ ਸੀ ਡੇਰੇ 'ਚ ਕੋਈ ਬੰਬ ਤਿਆਰ ਨਹੀਂ ਕਰਵਾਇਆ, ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ, ਜਦੋਂ ਕਿ ਇੱਥੋਂ ਤੱਕ ਕਿ ਮਿਲਟਰੀ ਨੇ ਵੀ ਇਹ ਕਹਤਾ ਵੀ ਉੱਥੇ ਨਾ ਜਾਓ ਤੇ ਉੱਥੇ ਬੜੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੇ ਨੇ। ਅੱਜ ਵੀ ਉਸ ਤੋਂ ਜ਼ਿਆਦਾ ਗਤੀਵਿਧੀਆਂ, ਕਿਉਂਕਿ ਇਹ ਪਾਵਰਫੁੱਲ ਹੋ ਗਏ, ਇਹ ਕਤਲ ਕਰਨ ਦੇ ਵਿੱਚ, ਲੁਕਣ ਮਚਾਈ ਖੇਡਣ ਦੇ ਵਿੱਚ, ਸਾਰੇ ਕੰਮਾਂ ਦੇ ਹੁਣ ਇਹ ਮਾਹਰ ਹੋ ਚੁੱਕੇ ਨੇ। ਜਿਵੇਂ ਅੱਤਵਾਦੀ ਨੂੰ ਕੋਈ ਛੇਤੀ ਹੱਥ ਨਹੀਂ ਪਾਉਂਦਾ, ਅੱਜ ਦੇ ਟਾਈਮ ਇਹਨਾਂ ਦੋਨਾਂ ਆਦਮੀਆਂ ਨੂੰ ਹੱਥ ਨਹੀਂ ਪਾਉਂਦਾ। ਸਰੀਰ ਦੇ ਚਾਹੇ ਕਮਜ਼ੋਰ ਨੇ, ਹਨੀਪ੍ਰੀਤ ਵੀ ਨਹੀਂ ਬੋਲਦੀ ਕੁਝ, ਸਰੀਰ ਦੇ ਚਾਹੇ ਕਮਜ਼ੋਰ ਨੇ ਤੇ ਉਮਰ ਦੇ ਚਾਹੇ ਵੱਡੇ ਨੇ, ਪਰ ਇਹਨਾਂ ਕੋਲੇ ਨੌਜਵਾਨ ਤੁਹਾਡੇ ਵਰਗੇ ਮੁੰਡਿਆਂ ਦੀ ਗੈਂਗ ਇਹੀ ਜੀ ਹੈ ਕਿ ਰਾਤੇ ਰਾਤ ਪਤਾ ਨਹੀਂ ਕਿੰਨੇ ਘਰਾਂ ਨੂੰ ਤਬਾਹ ਕਰਕੇ, ਮੇਰੇ ਵਰਗੇ ਤਾਂ ਨਹੀਂ ਹੋਣ ਕਿ ਘੱਟੋ ਘੱਟ ਤੁਹਾਡੀ ਉਮਰ ਦੇ ਬੰਦਿਆਂ ਨੂੰ ਤਬਾਹ ਕਰਕੇ ਤਾਂ ਇਹਨਾਂ ਕੋਲੇ ਮੁੰਡੇ ਦੇ ਰੱਖੇ। ਹਨੀਪ੍ਰੀਤ ਵੀ ਨਹੀਂ ਸਰ ਕੁਝ ਬੋਲਦੀ। ਹਨੀਪ੍ਰੀਤ ਦੇ ਬਾਰੇ ਅਸੀਂ ਜਾਣਦੇ ਹੀ ਨਹੀਂ ਹੈਗੇ, ਨਾ ਮੈਂ ਕਦੇ ਵੇਖੀ ਉਹ, ਨਾ ਮੈਂ ਕਦੇ ਉਹਨਾਂ ਨੂੰ ਮਿਲਿਆ। ਮੈਂ ਕਿਉਂ ਬੋਲਾਂ ਉਹਨਾਂ ਦੇ ਬਾਰੇ? ਮੇਰਾ ਕੀ ਮਤਲਬ? ਮੇਰਾ ਤਾਂ ਮਤਲਬ ਸਿਰਫ ਔਰ ਸਿਰਫ ਇੱਕ ਨਿਸ਼ਾਨਾ ਹੈ, ਤੁਸੀਂ ਜਿੱਧਰ ਮਰਜ਼ੀ ਕਮਾਈ ਚਲੋ। ਤੇ ਮੇਰਾ ਤਾਂ ਸਿਰਫ ਇੱਕੋ ਹੀ ਨਿਸ਼ਾਨਾ ਵੀ ਇਹ ਦੋ ਬੰਦੇ ਮੁੱਖ ਦੋਸ਼ੀ ਨੇ, ਇਹਨਾਂ ਨੂੰ ਗੁਰਮੀਤ ਰਾਮ ਰਹੀਮ ਦੇ ਨਾਲ ਇਹਨਾਂ ਨੂੰ ਵੀ ਅੰਦਰ ਹੋਣਾ ਚਾਹੀਦਾ ਹੈ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਰਿਮਾਂਡ ਤੇ ਲਿਆ ਜਾਵੇ ਤੇ ਆਪਦੇ ਆਪ ਹੀ ਰਾਜ ਉਗਲਣਗੇ ਵੀ ਕੀ ਉੱਥੇ ਕੀਤੇ ਆ ਸੀ ਤੇ ਕੀ ਕਾਰਨਾਮੇ ਕੀਤੇ ਆ। ਵੀ ਧਰਤੀ ਵੀ ਬੋਝ ਨਹੀਂ ਚੱਕਦੀ ਇਹਨਾਂ ਦੇ ਪਾਪਾਂ ਦਾ। ਜੋ ਕਰਤੂਤਾਂ ਇਹਨਾਂ ਨੇ ਦਰਬਾਰ ਦੇ ਵਿੱਚ ਸੱਚੇ ਸੌਦੇ ਨੂੰ, ਮਰਿਆਦਾ ਨੂੰ ਭੰਗ ਕੀਤੀ ਹੈ, ਅਜੇ ਤੱਕ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਸਾਡਾ ਕਿਰਤ ਕਣ ਪੈਦਾ ਨਹੀਂ ਹੋਇਆ ਜੋ ਕਿ ਅੱਜ ਵੀ ਉਹ ਮੁਖੀ ਪ੍ਰਬੰਧਕ ਕਹਾਉਂਦੇ ਨੇ। ਕਿਸ ਕਾਰਨ? ਕਿਉਂਕਿ ਆਪਦੇ ਆਪ ਨੂੰ ਨਿਰਦੋਸ਼ ਸਾਬਤ ਕਰਕੇ, ਪੈਸਾ ਦੇ ਕੇ ਜਾਂ ਕਿਸੇ ਦਬਾਅ ਦੇ ਕਾਰਨ, ਕਿਉਂਕਿ ਸਰਕਾਰ ਦੇ ਵਿੱਚ ਉਹਨਾਂ ਦਾ ਹੱਥ ਹੈ ਔਰ ਆਮ ਲੋਕਾਂ ਦਾ ਹੱਥ ਦਾ ਸਰ ਗੁਰਮੀਤ ਰਾਮ ਰਹੀਮ ਦਾ ਵੀ ਸੀਗਾ। ਦੇਖੋ ਉਹਦੇ ਬਾਰੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਹੱਥ ਸੀਗਾ, ਹੱਥ ਉਹਦਾ ਕੀ ਕਰੂਗਾ ਜਦੋਂ ਸੇਵਕਾਂ ਨੇ ਹੀ, ਜਦੋਂ ਰਸੋਈਆ ਤੇ ਲਾਂਗਰੀ ਤੇ ਡਰਾਈਵਰ ਔਰ ਉਹਨਾਂ ਦੇ ਮੁਖੀ ਪ੍ਰਬੰਧਕ ਹੀ ਜਦੋਂ ਉਹਦੇ ਦੁਸ਼ਮਣ ਬਣ ਗਏ ਤਾਂ ਅਸੀਂ ਕੌਣ ਆ ਬਚਾਉਣ ਵਾਲੇ? ਦੁਸ਼ਮਣ ਬਣ ਗਏ ਠੀਕ ਹੈ, ਲੇਕਿਨ ਕਰਤੂਤਾਂ ਤਾਂ ਕੀਤੀਆਂ ਨਾ ਗੁਰਮੀਤ ਰਾਮ ਰਹੀਮ ਨੇ, ਤਾਂ ਹੀ ਅੰਦਰ ਹੈ। ਜੋ ਕਾਰਵਾਈ ਕੀਤੀ ਹੈ ਇਹ ਸਾਰਾ ਦੋਸ਼ ਇਹ ਦੋਏ ਆਦਮੀਆਂ ਦਾ ਹੈ। ਅਗਰ ਤੁਸੀਂ ਜੇ ਮਦਦ ਕਰ ਸਕਦੇ ਹੋ ਮੇਰੀ, ਨਹੀਂ ਬਿਲਕੁਲ ਤੁਹਾਡੀ ਪੂਰੀ ਖਬਰ ਲੱਗੇਗੀ ਜੀ, ਕੋਈ ਕਾਜ਼ੀ ਇੱਕ ਚੀਜ਼ ਨਹੀਂ ਕੱਟਣੀ। ਮੇਰਾ ਆਖਰੀ ਸਵਾਲ, ਇੱਕ ਮਿੰਟ, ਆਖਰੀ ਸਵਾਲ ਨਹੀਂ, ਅਜੇ ਮੈਂ ਸ਼ੁਰੂ ਵੀ ਨਹੀਂ ਕੀਤਾ। ਜੋ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੇ ਅਗਲੀ ਵਾਰੀ ਦੱਸੂਗਾ ਜਦੋਂ ਮੈਨੂੰ ਸਿਕਿਉਰਿਟੀ ਮਿਲ ਗਈ, ਜਦੋਂ ਮੇਰੀ ਸੁਰੱਖਿਆ ਹੋ ਗਈ। ਹਜੇ ਤਾਂ ਮੈਂ ਸੜਕਾਂ ਤੇ ਘੁੰਮਦਾ, ਕਿਉਂਕਿ ਅਜੇ ਤੱਕ ਲੋਕ ਜਾਗਰਤ ਨਹੀਂ ਹੋਏ, ਸੜਕਾਂ ਤੇ ਘੁੰਮ ਰਿਹਾ। ਕਿਉਂਕਿ ਇਹ ਦਰਖਾਸਤ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਹੋਇਆ, ਇੱਕ ਤਾਂ ਮੇਰੇ ਜਾਨ ਮਾਲ ਦੀ ਰੱਖਿਆ ਕਰਾਈ ਜਾਵੇ, ਮਾਲ ਤਾਂ ਮੇਰੇ ਕੋਲ ਕੀ ਹੈ, ਮੇਰੀ ਜਾਨ ਦੀ ਰੱਖਿਆ ਕਰਵਾਈ ਜਾਵੇ, ਇੱਕ ਮੈਨੂੰ ਸਿਕਿਉਰਿਟੀ ਦਿਲਵਾਈ ਜਾਵੇ। ਤੇ ਜਿਸ ਬਿਲਕੁਲ ਇਹ ਬੰਦਿਆਂ ਦੀ ਜੋ ਅਗਲੀਆਂ ਕਾਰਗੁਜ਼ਾਰੀਆਂ ਨੇ, ਜਿੰਨੇ ਵੀ ਕਾਲੀਆਂ ਕਰਤੂਤਾਂ, ਕਾਲੇ ਕਾਰਨਾਮੇ ਮੈਂ ਪਬਲਿਕ ਦੇ ਵਿੱਚ ਤੇ ਸਾਧ ਸੰਗਤ ਦੇ ਵਿੱਚ ਰੱਖ ਸਕਾਂ, ਤਾਂ ਮੈਂ ਮੇਰੇ ਗੁਰੂ ਨੂੰ ਬਾਹਰ ਲੈ ਕੇ ਆਵਾਂ ਔਰ ਇਹਨਾਂ ਨੂੰ ਤੁਹਾਨੂੰ ਉਮੀਦ ਹੈ ਗੁਰਮੀਤ ਰਾਮ ਰਹੀਮ ਬਾਹਰ ਆਊਗਾ? ਅਸੀਂ ਲਿਆਵਾਂਗੇ ਬਾਹਰ। ਤੁਸੀਂ ਹਾਲੇ ਵੀ ਗੁਰੂ ਮੰਨਦੇ? ਅਸੀਂ ਗੁਰੂ ਮੰਨਦੇ ਹਾਂ, ਅਸੀਂ ਰੱਬ ਮੰਨਦੇ ਹਾਂ। ਕਿਉਂਕਿ ਅੱਜ ਵੀ ਮੇਰੇ ਗੁਰੂ ਨੇ, ਗੱਲ ਸੁਣੋ,
ਇਹਨਾਂ ਨੂੰ ਅੰਦਰ ਕਰਾਵਾਂਗੇ। ਜਦੋਂ ਇਹ ਅੰਦਰ ਹੋ ਗਏ ਉਦੋਂ ਆਪਦੇ ਆਪ ਪਤਾ ਲੱਗੂਗਾ ਵੀ ਇਹ ਗਲਤ ਕਾਰਨਾਮੇ ਕਿਹਨੇ ਕੀਤੇ ਹੈ। ਇਹਨਾਂ ਲੋਕਾਂ ਨੇ, ਲੇਕਿਨ ਜੋ ਉਹਨੇ ਕੀਤਾ ਹੈ ਗੁਰਮੀਤ ਰਾਮ ਰਹੀਮ ਨੇ, ਉਹਦੀ ਭੁਗਤ ਰਿਹਾ ਸਜ਼ਾ। ਉਹਨਾਂ ਨੇ ਉਹ ਕਿਵੇਂ? ਉਹ ਤਾਂ ਝੂਠਾ ਫਸਾਇਆ ਗਿਆ, ਉਹਨੇ ਕੋਈ ਦੋਸ਼ ਨਹੀਂ। ਇਹ ਤਾਂ ਉਹਨਾਂ ਬਲਾਤਕਾਰ ਨਹੀਂ ਕੀਤਾ, ਨਹੀਂ ਕੀਤਾ ਹੈਗਾ। ਕਹਿੰਦੇ ਨਪੁੰਸਕ ਬਣਾਉਂਦਾ ਸੀ ਸਾਧੂਆਂ ਨੂੰ। ਤੁਹਾਨੂੰ ਕੋਸ਼ਿਸ਼ ਕੀਤੀ ਕਦੇ ਬਣਾਉਣ ਦੀ? ਸਾਨੂੰ ਇਹਦੇ ਬਾਰੇ ਨਹੀਂ ਪਤਾ ਬਣਾਉਂਦਾ ਸੀ ਜਾਂ ਨਹੀਂ ਬਣਾਉਂਦਾ ਸੀ। ਮੇਰਾ ਮੇਨ ਮਕਸਦ ਇਹ ਹੈ ਕਿ ਜੋ ਵੀ ਕਰਤੂਤਾਂ ਕਰੀਆਂ ਨੇ ਨਪੁੰਸਕ ਵਾਲੀਆਂ ਜਾਂ ਨਪੁੰਸਕ ਵਾਲੀਆਂ, ਇਹ ਸਾਰੀਆਂ ਕਰਤੂਤਾਂ ਮੋਹਨ ਸਿੰਘ ਤੇ ਸੁਖਦੇਵ ਦੀਵਾਨਾ ਦੋ ਹੀ ਬੰਦੇ ਆਪਦੀ ਚੈਨ ਚਲਾਉਂਦੇ ਨੇ। ਡੌਨ ਇੱਕੋ ਹੀ ਹੁੰਦਾ ਹੈ, ਇਹ ਤਾਂ ਦੋ ਨੇ। ਡੌਨ ਤਾਂ ਇੱਕੋ ਹੀ ਹੁੰਦਾ ਹੈ। ਮਾਲੀਆ ਜਿਹੜਾ ਵਿਦੇਸ਼ 'ਚ ਚਲਿਆ ਗਿਆ, ਇਹ ਤਾਂ ਦੋ ਡੌਨ ਨੇ। ਸਾਰੇ ਦੇਸ਼ ਨੂੰ ਬਰਬਾਦ ਕਰ ਸਕਦੇ ਨੇ ਇਹ ਡੌਨ। ਇਹਨਾਂ ਦੇ ਬਹੁਤ ਦੂਰ ਤੱਕ ਤਾਰ ਜੁੜੇ ਹੋਏ ਨੇ ਤੇ ਸਾਰੀ ਹਰਿਆਣਾ ਸਰਕਾਰ ਦਾ ਨੁਕਸਾਨ ਕਰ ਸਕਦੇ ਨੇ ਔਰ ਸਾਰੀ ਹਰਿਆਣਾ ਪੁਲਿਸ ਦਾ ਨੁਕਸਾਨ ਕਰ ਸਕਦੇ ਨੇ ਔਰ ਸਾਰੀ ਸਾਧ ਸੰਗਤ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੇ ਜਾਲ ਵਿਛਾਤੇ ਕਿ ਇਹਨਾਂ ਦੇ ਅੱਗੇ ਡਰਦਾ ਕੋਈ ਮੂੰਹ ਨਹੀਂ ਖੋਲ੍ਹਦਾ। ਇਹਨਾਂ ਦਾ ਪਾਣੀ ਭਰਦੇ ਹੈ ਬੜੇ ਆਦਮੀ ਆ। ਲੇਕਿਨ ਮੈਂ ਵੀ ਮੰਗੀ ਧੰਜੀਗਰਾ ਤੁਹਾਡਾ, ਜਿਹੜਾ ਤੁਸੀਂ ਹਲੇ ਵੀ ਉਹਨੂੰ ਗੁਰੂ ਮੰਨ ਰਹੇ ਹੋ, ਕਿਉਂਕਿ ਕਾਨੂੰਨਨ ਉਹ ਦੋਸ਼ੀ ਸਾਬਤ ਹੋਇਆ ਜੀ, ਜੇ ਸਜ਼ਾ ਕੱਟ ਰਿਹਾ ਹੈ। ਕਰਵਾਇਆ ਹੈ ਇਹਨਾਂ ਲੋਕਾਂ ਨੇ, ਮਤਲਬ ਦੋਸ਼ੀ ਬਣਾਇਆ, ਨਾ ਕਿ ਮਤਲਬ ਸਾਡਾ ਗੁਰੂ ਦੋਸ਼ੀ ਹੈ। ਇਹਨਾਂ ਲੋਕਾਂ ਨੇ ਦੋਸ਼ੀ ਬਣਾਇਆ। ਸਰ ਮੈਂ ਫਿਰ ਉਹੀ ਕਹਿ ਰਿਹਾ ਜੀ, ਇਹਨਾਂ ਨੇ ਕੋਈ ਸਾਜ਼ਿਸ਼ ਰਚੀ ਹੋਣੀ ਹੈ, ਲੇਕਿਨ ਜਿਹੜੇ ਇਲਜ਼ਾਮ ਲੱਗੇ ਨੇ ਬਲਾਤਕਾਰ ਤੇ, ਉਹ ਤਾਂ ਆਪ ਹੀ ਕੀਤਾ ਹੋਣਾ ਨਾ, ਤਾਂ ਹੀ ਅੰਦਰ ਹੈ। ਇਹਨਾਂ ਨੂੰ ਉਸ ਦੇ ਪਰਿਵਾਰ ਨੂੰ ਇੱਥੇ ਦਰਬਾਰ 'ਚ ਲਿਆਉਣ ਦੀ ਇਹਨਾਂ ਤੋਂ ਹਜਮ ਨਹੀਂ ਹੋਇਆ ਵੀ ਸਾਡੇ ਪਰਿਵਾਰ ਤਾਂ ਪਿੰਡਾਂ 'ਚ ਬੈਠੇ ਹੈ। ਇਹਨਾਂ ਨੇ ਆਪਦਾ ਪਰਿਵਾਰ ਲਿਆ ਕੇ ਇੱਥੇ ਮੁਖੀ ਜ਼ਿੰਮੇਵਾਰ ਬਣਾਤੇ, ਵੱਡੀਆਂ ਕੋਠੀਆਂ ਬਣਾਤੀਆਂ, ਵੱਡੇ ਮਹਿਲ ਬਣਾਤੇ। ਸਾਡੇ ਇਸ ਗੱਲ ਦੇ ਉੱਤੇ ਇਹ ਮੱਚ ਕੇ ਸੜ ਕੇ ਤੇ ਇਹਨਾਂ ਨੇ ਇਹ ષਡਯੰਤਰ ਰਚਿਆ ਕਿ ਮਤਲਬ ਗੁਰਮੀਤ ਰਾਮ ਰਹੀਮ ਸਿੰਘ ਜੀ ਰਹੇ ਜੇਲ੍ਹ 'ਚ ਤੇ ਅਸੀਂ ਇੱਥੋਂ ਦੇ ਡੇਰੇ ਦੇ ਮੁਖੀ ਪ੍ਰਬੰਧ ਕਰੀਏ। ਮਤਲਬ ਤੁਹਾਡਾ ਡੇਰਾ ਹੜੱਪਣ ਮੁੱਖ ਦੀ ਗੱਲ ਕੀ ਹੈ ਕਿ ਡੇਰਾ ਹੜੱਪਣ ਵਾਸਤੇ ਹੀ ਇਹਨਾਂ ਲੋਕਾਂ ਨੇ ਇਹ ਕੰਮ ਕੀਤਾ, ਸਾਡੇ ਗੁਰੂ ਜੀ ਨੂੰ ਅੰਦਰ ਕਰਾਉਣ ਦਾ। ਮਤਲਬ ਡੇਰਾ ਹੜੱਪਣ ਦੇ ਲਈ ਇਹਨਾਂ ਨੇ ਸਾਰਾ ਕੁਝ ષਡਯੰਤਰ ਰਚਿਆ। ਇਹਨਾਂ ਨੇ ਕੁੜੀਆਂ ਭੇਜੀਆਂ ਹੋਣੀਆਂ ਉੱਥੇ। ਅੱਗੇ ਵੀ ਇਹਨਾਂ ਨੇ ਜੋ ਕੁਝ ਕੀਤਾ ਹੈ, ਅੱਗੇ ਵੀ ਇਹੀ ਕਰਨਗੇ। ਕੁੜੀਆਂ ਬਾਰੇ ਅਸੀਂ ਨਹੀਂ ਕਹਿੰਦੇ। ਸਾਧਵੀਆਂ ਵਾਲਾ ਭੇਜੀਆਂ ਇਹਨਾਂ ਨੇ ਸੀ। ਸਾਧਵੀਆਂ ਦਾ ਮਸਲਾ ਹੀ ਕੋਈ ਨਹੀਂ ਹੈਗਾ ਉੱਥੇ, ਸਾਰਿਆਂ ਦੇ ਅਲੱਗ-ਅਲੱਗ ਕਮਰੇ ਹੈ। ਸਾਧਵੀਆਂ ਦਾ ਮਹਾਰਾਜ ਜੀ ਨਾਲ ਕੋਈ ਸੰਬੰਧ ਨਹੀਂ ਹੈਗਾ ਤੇ ਨਾ ਮੈਂ ਕਹਿ ਸਕਦਾ ਸੰਬੰਧ ਸਾਬਤ ਹੋਇਆ ਤਾਂ ਹੀ ਤਾਂ ਅੰਦਰ ਹੋਇਆ ਜੀ। ਸੰਬੰਧ ਤੁਸੀਂ ਮੰਨਦੇ ਹੀ ਨਹੀਂ। ਜਦੋਂ ਤੁਸੀਂ ਚਲੋ ਕੋਈ ਨਾ, ਫਿਲਹਾਲ ਮੁਖਤਿਆਰ ਜੀ ਨੇ ਕਿਹਾ ਵੀ ਦੋ ਜਣੇ ਜਿਹੜੇ ਮੇਨ ਮਾਸਟਰਮਾਈਂਡ ਨੇ, ਜਿਨ੍ਹਾਂ ਕਰਕੇ ਡੇਰਾ ਸੱਚਾ ਸੌਦਾ ਸਿਰਸੇ ਦਾ ਨਾਮ ਬਦਨਾਮ ਵੀ ਹੋਇਆ ਹੈ, ਹਾਲਾਂਕਿ ਗੁਰਮੀਤ ਰਾਮ ਰਹੀਮ ਕਰਕੇ ਵੀ ਹੋਇਆ ਹੈ, ਉਹ ਮੰਨਣ ਨੂੰ ਤਿਆਰ ਨਹੀਂ। ਚਲੋ ਉਹ ਕਹਿ ਰਹੇ ਨੇ ਸਾਡੇ ਗੁਰੂ ਨੇ, ਠੀਕ ਹੈ ਇਹਨਾਂ ਦੇ ਗੁਰੂ ਹੋਣਗੇ, ਪਰ ਜਿਹੜਾ ਕਾਨੂੰਨ ਸਾਹਮਣੇ ਦੋਸ਼ੀ ਸਾਬਤ ਹੋ ਗਿਆ ਅਸੀਂ ਉਹਨੂੰ ਤਾਂ ਦੋਸ਼ੀ ਹੀ ਕਹਾਂਗੇ। ਲੇਕਿਨ ਮੁਖਤਿਆਰ ਸਿੰਘ ਜੀ ਦਾ ਕਹਿਣਾ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਸੁਖਦੇਵ ਸਿੰਘ ਦੀਵਾਨਾ ਤੇ ਮੋਹਨ ਸਿੰਘ ਦੀ ਕਾਰਗੁਜ਼ਾਰੀ ਹੁਣ ਤੱਕ ਕਿਵੇਂ ਰਹੀ ਹੈ, ਉਹ ਕਿਵੇਂ ਚੀਜ਼ਾਂ ਨੂੰ ਆਪਣੇ ਹਿਸਾਬ ਦੇ ਨਾਲ ਮੈਨੀਪੂਲੇਟ ਕਰਦੇ ਰਹੇ ਨੇ, ਕਿਵੇਂ ਇੱਕ ਪੋਲੀਟੀਕਲ ਵਿੰਗ ਤਿਆਰ ਹੁੰਦਾ ਹੈ, ਜੋ ਵੀ ਸੰਗਤ ਉੱਥੇ ਆਉਂਦੀ ਹੈ, ਡੇਰਾ ਪ੍ਰੇਮੀ ਅਸੀਂ ਕਹਿੰਦੇ ਹਾਂ, ਉਹਨਾਂ ਨੂੰ ਕਿਵੇਂ ਗਾਈਡ ਕੀਤਾ ਜਾਂਦਾ ਹੈ ਤੇ ਕਿਵੇਂ ਉਹ ਆਪ ਦੇ ਮੁਫਾਦਾਂ ਦੇ ਲਈ ਡੇਰਾ ਪ੍ਰੇਮੀਆਂ ਦੀ ਵਰਤੋਂ ਵੀ ਕਰਦੇ ਨੇ ਤੇ ਦੁਰਵਰਤੋਂ ਵੀ ਕਰਦੇ ਨੇ। ਪਰ ਮੈਂ ਫਿਰ ਉਸ ਗੱਲ ਨਾਲ ਸਟਿਕ ਰਹਾਂਗਾ ਕਿ ਕਾਨੂੰਨਨ ਦੋਸ਼ੀ ਡਿਕਲੇਅਰ ਕੀਤਾ ਗਿਆ ਗੁਰਮੀਤ ਰਾਮ ਰਹੀਮ ਨੂੰ। ਬਲਾਤਕਾਰ ਦੇ ਕੇਸ ਦੇ ਵਿੱਚ 2 ਸਾਧਵੀਆਂ ਦੇ ਸਜ਼ਾ ਕੱਟ ਰਿਹਾ ਹੈ ਗੁਰਮੀਤ ਰਾਮ ਰਹੀਮ ਤੇ ਉਸ ਤੋਂ ਇਲਾਵਾ ਛਤਰਪਤੀ ਵਾਲੇ ਮਾਮਲੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਮਿਲੀ ਹੈ। ਹੁਣ ਅਗਲੀ ਇੰਟਰਵਿਊ ਵਿੱਚ ਤੁਹਾਨੂੰ ਦਿਖਾਵਾਂਗੇ ਹੋਰ ਕਿਹੜੇ ਵੱਡੇ ਖੁਲਾਸੇ ਮੁਖਤਿਆਰ ਸਿੰਘ ਜੀ ਕਰਨਗੇ ਡੇਰਾ ਸੱਚਾ ਸੌਦਾ ਸਿਰਸਾ ਬਾਰੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ।